ਵਾਹਿਗੁਰੂ। ਗੁਰੂ ਨਾਨਕ ਪਦ ਪੰਕਜ ਬੰਦਨ ਪੰਕਜ ਸਿਮਰੋ ਅੰਗਦ ਦੁਖ ਨਿਕੰਦ ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਸ਼੍ਰੀ ਗੁਰੂ ਰਾਮਦਾਸ ਗੁਣ ਗਾਉ ਗੁਰੂ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਨਾਸ ਸ਼੍ਰੀ ਹਰਿ ਗੋਬਿੰਦ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਮਹੋਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋਂ ਤਰਾ ਪਰ ਬੰਦੋਂ ਬਾਰ ਬਾਰ ਜਗਤ ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਵਾਹਿਗੁਰੂ ਜੀ ਕੀ ਫਤਿਹ ਹੈ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਦੋਹਰਾ ਮਾਸ ਗੁਰ ਭੇ ਸਵਾਰ ਪਹੁੰਚੇ ਉੱਚੇ ਕਰਤ ਪੁਕਾਰ ਨੰਦ ਚੰਦ ਕੁਛ ਤਰਾਸ ਨਾ ਮਾਨਿਓ ਫੇਰ ਹੁਕਮ ਜੋ ਆਪ ਬਖਾਨਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਪਿਛਲੇ ਦਿਨੀ ਆਪਾਂ ਵਿਚਾਰਾਂ ਸਰਵਣ ਕਰ ਰਹੇ ਸੀ ਜਦੋਂ ਇੱਕ ਨੰਦ ਚੰਦ ਨਾਮ ਦਾ ਸਿੱਖ ਹੈ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਹੁਤ ਵਧੀਆ ਸੀਗਾ। ਜਦੋਂ ਜੰਗਾਂ ਯੁੱਧਾਂ ਵਿੱਚ ਇਹਨੇ ਹੱਥ ਵਟਾਇਆ ਸਤਿਗੁਰੂ ਵੀ ਬੜਾ ਪਿਆਰ ਕਰਦੇ ਸਨ। ਪਰ ਇੱਕ ਸਾਧ ਇੱਕ ਗ੍ਰੰਥ ਲਿਖ ਕੇ ਲਿਆਇਆ ਸਤਿਗੁਰਾਂ ਨੂੰ ਦਿਖਾਉਣ ਵਾਸਤੇ ਉਹਨਾਂ ਦੇ ਸੈਨ ਕਰਾਉਣ ਵਾਸਤੇ। ਤੇ ਉਹ ਗ੍ਰੰਥ ਪਹਿਲਾਂ ਉਸਨੇ ਨੰਦ ਚੰਦ ਨੂੰ ਪੁੱਛਿਆ ਉਹਨੇ ਫੜ ਲਿਆ ਤੇ ਮੁੜ ਕੇ ਦੇਣਾ ਨਹੀਂ ਕੀਤਾ। ਕਈ ਮਹੀਨੇ ਟੱਪ ਗਏ। ਇੱਕ ਦਿਨ ਸਤਿਗੁਰਾਂ ਨੇ ਇੱਕ ਸਿੱਖ ਨੂੰ ਭੇਜਿਆ ਉਹਦੇ ਕਹਿਣ ਤੇ ਵੀ ਉਹਨੇ ਉਹ ਗ੍ਰੰਥ ਨਾ ਦਿੱਤਾ। ਕਹਿੰਦੇ 6 ਮਹੀਨੇ ਬਤੀਤ ਹੋ ਗਏ ਸਾਧ ਮਗਰ ਮਗਰ ਫਿਰਦਾ ਰਿਹਾ ਵੀ ਮੇਰਾ ਗ੍ਰੰਥ ਮੋੜ ਦੇ ਮੈਨੂੰ ਲੋੜ ਨਹੀਂ ਸੈਨਾ ਦੀ ਹੁਣ ਮੇਰਾ ਗ੍ਰੰਥ ਦੇ ਦੇ। ਪਰ ਉਹ ਟਾਲ ਮਟੋਲ ਕਰਦਾ ਰਿਹਾ ਤੇ ਗੁਰੂ ਪਿਆਰਿਓ ਫਿਰ ਇੱਕ ਦਿਨ ਜਾ ਕਰਕੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਬੇਨਤੀ ਕਰਦਾ ਹੈ ਕਿ ਮਹਾਰਾਜ ਮੇਰਾ ਉਹ ਗ੍ਰੰਥ ਉਹਨੇ ਮੋੜਿਆ ਨਹੀਂ। ਸਤਿਗੁਰਾਂ ਨੇ ਫਿਰ ਦੋ ਸਿੰਘਾਂ ਨੂੰ ਭੇਜਿਆ ਵੀ ਉਹਨੂੰ ਕਹਿਓ ਕਿ ਇਹਦਾ ਗ੍ਰੰਥ ਮੋੜ ਦੇ ਨਹੀਂ ਤੇਰਾ ਸਾਰਾ ਘਰ ਲੁੱਟ ਲਵਾਂਗੇ। ਉਹਨਾਂ ਸਿੰਘਾਂ ਨੂੰ ਵੀ ਇਸ ਨੇ ਹੰਕਾਰ ਦੇ ਵਿੱਚ ਹੀ ਜਵਾਬ ਦੇ ਦਿੱਤਾ। ਕਹਿੰਦਾ ਅਸੀਂ ਜਿਹਨੂੰ ਮਰਜ਼ੀ ਗੁਰੂ ਬਣਾ ਲਈਏ। ਉਹ ਮਸੰਦਾਂ ਵਾਲੀ ਕਰਨੀ ਤੇ ਉਤਰੇ ਆਇਆ ਜਿਨ੍ਹਾਂ ਦੇ ਕਾਰਨ ਉਹਨਾਂ ਮਸੰਦਾਂ ਨੂੰ ਸਜ਼ਾਵਾਂ ਮਿਲੀਆਂ। ਤੇ ਸਿੰਘਾਂ ਨੇ ਕਿਹਾ ਤੂੰ ਕਿਉਂ ਉਹਨਾਂ ਮਸੰਦਾਂ 'ਚ ਰਲਦਾ ਹੈ? ਉਹਨਾਂ ਮਸੰਦਾਂ ਵਾਲਾ ਹਾਲ ਤੇਰੇ ਨਾਲ ਹੋਣਾ ਹੈ ਤਾਂ ਉਹਦਾ ਗ੍ਰੰਥ ਮੋੜ ਦੇ। ਪਰ ਇਹਨੇ ਉਹ ਗ੍ਰੰਥ ਨਾ ਮੋੜਿਆ। ਤਾਂ ਅੱਗੇ ਕੀ ਹੋਇਆ ਇਹ ਵਿਚਾਰਾ ਹੁਣ ਆਰੰਭ ਕਰਕੇ ਸਰਵਣ ਕਰਦੇ ਹਾਂ। ਉਸ ਤੋਂ ਪਹਿਲਾਂ ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੋ ਬੁਲੰਦ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਦੋਹਰਾ। ਮਾਸ ਗੁਰ ਭੇ ਸਵਾਰ ਪਹੁੰਚ
इस तरह फिर किते एक महीना बतीत हो गया गुरु प्यारिओ। इस तरह चलते चलते 6 महीने बतीत हो गए। किते नूं फिर सतगुरु महाराज शिकार जांदे मिले तो साध ने फिर बेनती की, महाराज तुहाडा डर भी नहीं मनदा, हो देखो मेरा ग्रंथ उसने नहीं मोड़िया जी। नंद चंद कुछ त्रास ना मानियो, फिर हुक्म जवाब बखानियो। महाराज जी तुहाडा हुक्म जेड़ा है वो बार बार मोड़दा है और बचन मनदा नहीं। तुहाडा भी कृपा करके मेरा ग्रंथ दवा दिओ जी। करत टारसो ग्रंथ ना देत, त्रासत हमेश राखन हेत। महाराज जी वो टाल मटोल करी जाता है, मेरा ग्रंथ नहीं मोड़दा ते उल्टा मैनू झिड़कदा है। प्रभ कृपा करहो इम जापे, लेहो मंगाए प्रभु देहो आपे। अखीर वो साधु कहन लग्या, महाराज मैनू तां नहीं दिंदा, तुसीं फड़ लो पहलां ਉਹਦੇ ਕੋਲੋਂ मंगवा लो ते फिर मैनू देना करो जी। मारन कारत मारन त्यारा, ग्रह अपने तिन ग्रंथ संभारा। और उस मैनू डराउंदा है ते नाले ग्रंथ ਉਹਨੇ ਆਪਣੇ घर विच लुको लिया है जी। सुन पुकार साधन की फेर, जान दुष्ट मन कुपे कनेर। ਜਦੋਂ ਇਹ ਸਾਧੂ ਨੇ ਦੁਬਾਰਾ ਸ਼ਿਕਾਇਤ ਕੀਤੀ, ਮਹਾਰਾਜ ਸਤਿਗੁਰਾਂ ਨੂੰ ਗੁੱਸਾ ਆ ਗਿਆ ਹੈ ਔਰ ਗੁੱਸੇ ਵਿੱਚ ਆ ਕੇ ਕੀ ਕਹਿੰਦੇ, ਦੁਆ ਸਿੰਘਨ ਕੋ ਭਾਖ ਪਠਾਇਓ, ਸਮੈ ਬਿਨਾਸ਼ ਕਿਥੋਂ ਤੁਰ ਆਇਓ। ਔਰ 2 ਸਿੰਘਾਂ ਨੂੰ ਭੇਜਿਆ, ਜਾ ਕੇ ਸਮਝਾਓ ਕਿਤੇ ਤੇਰਾ ਮੌਤ ਦਾ ਸਮਾਂ ਤਾਂ ਨਹੀਂ ਨੇੜੇ ਆ ਗਿਆ, तेरे विनाश का समा नेड़े आया, लगता है इसका ग्रंथ मोड़ दे। जबरी करे ग्रंथ इन चीना, बाहर हुक्म को मेटन कीना। एक तो जबरदस्ती है साधु का ग्रंथ लुकोया होया ते दूसरा तू साडा हुक्म नहीं मनदा जी। जेठ कोटे का दिए दिखाई, कह मसंदन की वडियाई। लगदा तेरे खोटे दिन आ गए हैं, तू भी मसंदा वाली वडियाई भालदा। कई बारी असी गल करदे कह दिंदे आ, कोई अफसर झिड़क देवे ना, लै लिया सरोपा। हुण सरोपा तो खुशी नाल दिता जांदा, पर झिड़क नूं भी कई बारी सरोपा कह दिंदे आ, पाता सरोपा। उही गल इत्थे ਸਿੰਘਾਂ ਨੂੰ ਕਹਿੰਦੇ आ, पातशाह ਉਹਨੂੰ पुछ लो कि तू भी मसंदा वाली वडियाई भालदा है। हुण मसंदा तो साड़िया गया, लगदा तेरा भी वो समा आ गया है, इना ग्रंथ मोड़ दे। जे नह देह कह इस बेरा, लूट लीजिए मूर्ख डेरा। जे हुण भी वो ग्रंथ ताडे कहे तो ना देवे ना, ते ओदा डेरा लुट लियाओ सारा। इन कह नाथ अकेर सिधारे, कानन विचरे कोल परहारे। इन्ने कह के सतगुरु पातशाह जी फिर शिकार खेडन वाल चले गए ते 2 ਸਿੰਘਾਂ ਦੀ ड्यूटी ला गए ਹਨ। सिंह साध पहुंचे तब आए, बैठे नंद चंद जह ठाए। और गुरु प्यारिओ ਇਹ ਨੰਦ ਚੰਦ ਜਿੱਥੇ ਬੈਠਾ ਸੀ ਉੱਥੇ ਦੋਨੇ ਸਿੰਘ ਤੇ ਉਹ ਸਾਧੂ पहुंच गए जी। हुक्म उच्चारण कीना, इनको ग्रंथ कहियो ना तदीना। आके ਸਿੰਘਾਂ ने उस ਨੂੰ फिर गुरु साहब ਦਾ ਹੁਕਮ ਦੱਸਿਆ, ਬਈ ਤੂੰ ਇਹ ਸਾਧ ਰਾਮ ਦਾ ਗ੍ਰੰਥ ਕਿਉਂ ਨਹੀਂ ਮੋੜਿਆ। ਆਪਨ ਭੜੋ ਚਹਿਤ ਕੈ ਨਾਹੀ, ਮਿਲਿਓ ਕੇ ਚਾਹ ਮਸੰਦਨ ਮਾਹੀ। ਕਿ ਤੂੰ ਆਪ ਦਾ ਭਲਾ ਨਹੀਂ ਚਾਹੁੰਦਾਗਾ, ਉਹ ਤੂੰ ਵੀ ਉਹਨਾਂ ਮਸੰਦਾਂ ਵਾਲੀ ਕਰਾਉਣੀ ਆ, ਉਹਨਾਂ ਵਿੱਚ ਹੀ ਮਿਲਣਾ ਲੱਗਦਾ। ਆਬਲੋ ਰਾਖੀ ਤੋਹੇ ਬੜਾਈ, ਨਾ ਡੇਰਾ ਟੁੱਟਣ ਲੁੱਟ ਜਾਈ। ਔਰ ਸਾਨੂੰ ਹੁਕਮ ਤਾਂ ਹੋਇਆ ਕਿ ਤੇਰਾ ਡੇਰਾ ਲੁੱਟ ਕੇ ਲੈ ਜਾਈਏ, ਸਭ ਕੁਝ ਲੈ ਜਾਈਏ ਚੱਕ ਕੇ, पर फिर भी तेनों समा दिने आ, ग्रंथ फड़ा दे ते असी जाइए। यह ग्रंथ निज रक्षा करिय कहियो नानक, निज काज करिय। ਇਹਦਾ ग्रंथ मोड़ दे, क्यों एवें अपनी
ਮੌਤ ਲਈ ਹੈ। ਗਰਬਤ ਬੋਲਿਓ ਗ੍ਰੰਥ ਨਾ ਦੇਹੋ, ਗੁਰ ਬਣਾਏ ਵੇ ਸਮਰੱਥ ਮੈਂ ਹੋ। ਹਾਂ ਵੇਖੋ ਜੀ, ਹੁਣ ਇੰਨਾ ਇਹ ਹੰਕਾਰ ਵੀ ਚਲਿਆ ਗਿਆ ਹੈ। ਕਹਿੰਦਾ ਮੇਰੇ ਨਾਲ ਬਹੁਤ ਲੋਕ ਜੁੜ ਚੁੱਕੇ ਨੇ ਤੇ ਮੈਂ ਜਿਹਨੂੰ ਮਰਜੀ ਹੁਕਮ ਦੇ ਦੇਵਾਂ ਜਨਤਾ ਨੂੰ, ਸੰਗਤ ਨੂੰ ਵੀ ਫਲਾਨਾ ਗੁਰੂ ਹੈ ਤੇ ਮੈਂ ਉਸੇ ਨੂੰ ਗੁਰੂ ਬਣਾ ਸਕਦਾ ਹਾਂ। ਇੰਨਾ ਹੰਕਾਰ ਵਿੱਚ ਆ ਕੇ ਬੋਲਦਾ, ਪਰ ਕਹਿੰਦਾ ਗ੍ਰੰਥ ਨਹੀਂ ਮੈਂ ਹੁਣ ਦਿੰਦਾ। ਸ਼੍ਰੀ ਗੁਰ ਹਰਗੋਬਿੰਦ ਕੋ ਬੰਸ, ਜਿਸ ਢਿਗ ਬੈਸੋ ਕਰੋ ਪ੍ਰਸੰਸ। ਗੁਰੂ ਹਰਗੋਬਿੰਦ ਸਾਹਿਬ ਦੀ ਅੰਸ ਬੰਸ ਬਹੁਤ ਲੰਮੀ ਚੌੜੀ ਹੈ। ਇਹ ਤਾਂ ਗੁਰੂ ਤੇਗ ਬਹਾਦਰ ਦਾ ਪੁੱਤਰ ਹੈ, ਜਿਹੜੇ ਧੀਰਮਲ ਹੋਰੀ ਬੈਠੇ ਹਨ ਕਰਤਾਰਪੁਰ। ਹਰਗੋਬਿੰਦ ਸਾਹਿਬ ਦੀ ਅੰਸ ਬੰਸ ਮੈਂ ਜਿਹਦੇ ਪੱਖ ਵਿੱਚ ਹੋ ਜਾ ਉਸੇ ਨੂੰ ਗੁਰੂ ਬਣਾ ਸਕਦਾ। ਨਿਰੰਤ ਸੰਗਤਾ ਤਹਾਂ ਬੁਲਾਵੋ, ਦਰਬ ਅਗੋਰਨ ਦੇ ਪੁਜਵਾਵੋ। ਮੈਂ ਸਾਰੀ ਮੇਰੇ ਨਾਲ ਜੁੜੀ ਹੋਈ ਸੰਗਤ ਨੂੰ ਉੱਥੇ ਬੁਲਾ ਸਕਦਾ ਹਾਂ ਤੇ ਉਸੇ ਨੂੰ ਗੁਰੂ ਬਣਾ ਕੇ ਸਾਰਾ ਦਰਬ ਭੇਟਾਵਾਂ ਉਹਨੂੰ ਦਵਾ ਕੇ ਪੂਜਾ ਕਰਵਾ ਸਕਦਾ ਹਾਂ। ਸੁਣ ਦਵੈਬ ਸਿੰਘਣ ਤਬੈਬ ਖਾਨਾ, ਦੇਹੁ ਆਵਨ ਆਪ ਕਿਰਪਾ ਨਿਧਾਨਾ। ਤਾਂ ਸਿੰਘ ਕਹਿਣ ਲੱਗੇ ਠੀਕ ਹੈ, ਫਿਰ ਗੁਰੂ ਸਾਹਿਬ ਨੂੰ ਜੰਗਲ ਚੋਂ ਮੁੜ ਕੇ ਆ ਜਾਂਦੇ, ਫਿਰ ਕਰਦੇ ਆ ਤੇਰੇ ਨਾਲ ਗੱਲ। ਬੀਤੀ ਸੰਗ ਮਸੰਦਨ ਜੈਸੇ, ਹੋਏ ਹੈ ਤੋਹੇ ਸਾਧ ਧੀ ਤੈਸੇ। ਲੱਗਦਾ ਜਿਵੇਂ ਪਹਿਲੇ ਮਸੰਦਾਂ ਨਾਲ ਹੋਈ ਹੈ, ਤੇਰੇ ਨਾਲ ਵੀ ਉਵੇਂ ਹੀ ਹੋ ਕੇ ਰਹਿਣੀ ਆ। ਹੁਕਮ ਹਟਾਏ ਗਰਭ ਤੇ ਕਹੈ, ਗੁਰੂ ਬਣਾਵਣ ਮਮ ਕਰ ਅਹ। ਇੱਕ ਤਾਂ ਗੁਰੂ ਦਾ ਹੁਕਮ ਮੋੜਦਾ ਹੈ ਤੇ ਦੂਸਰਾ ਹੰਕਾਰ ਕਰਦਾ ਕਿ ਮੈਂ ਜਿਹਨੂੰ ਮਰਜੀ ਗੁਰੂ ਬਣਾ ਸਕਦਾ। ਇਮ ਕਹਿ ਸਿੱਖ ਗਮਨੇ ਨਿਜ ਡੇਰੇ, ਪਾਛੇ ਉਪਜਿਓ ਤਰਾਸ ਕਨੇਰੇ। ਚਲੋ ਸਿੰਘ ਜਿਹੜੇ ਸਨ ਇਹਨੂੰ ਪਿਆਰ ਨਾਲ ਸਮਝਾ ਕੇ ਵਾਪਸ ਚਲੇ ਗਏ ਜੀ। ਮਾਮਦਰ ਬਾਪ ਭਣੇ ਜਬ ਸੁਣ ਹੈ, ਤਜ ਹੈ ਨਾ ਕਹਿ ਬੰਦ ਹੈ ਸਿੱਖ ਹਣ ਹੈ। ਹੁਣ ਜਦੋਂ ਮੁੜ ਗਏ ਤੇ ਇਸ ਨੇ ਆਪਣੀ ਕੀਤੀ ਹੋਈ ਗੱਲ ਤੇ ਹੁਣ ਵਿਚਾਰੇ ਹੈ। ਵੈਸੇ ਤਾਂ ਸਿਆਣੇ ਕਹਿੰਦੇ ਆ ਪਹਿਲਾਂ ਤੋਲੋ ਫੇਰ ਬੋਲੋ, ਪਰ ਇਹ ਪਹਿਲਾਂ ਬੋਲ ਕੇ ਹੁਣ ਤੋਲਦਾ, ਜੱਜਮੈਂਟ ਕਰਦਾ ਵੀ ਯਾਰ ਜੇ ਇਹਨਾਂ ਨੇ ਗੁਰੂ ਸਾਹਿਬ ਨੂੰ ਦੱਸ ਦਿੱਤਾ ਤੇ ਗੁਰੂ ਸਾਹਿਬ ਨੇ ਮੈਨੂੰ ਸਿੰਘਾਂ ਦੇ ਕੋਲੋਂ ਕੈਦ ਕਰਵਾ ਕੇ ਮਰਵਾ ਦੇਣਾ ਹੈ, ਹੁਣ ਇੱਥੋਂ ਭੱਜਣ 'ਚ ਫਾਇਦਾ ਹੈ। ਜੀਨ ਪਵਾਏ ਸੀਗਰ ਚਲ ਪਰਿਓ, ਗ੍ਰੰਥ ਦਾਸ ਕੇ ਸਿਰ ਪਰ ਧਰਿਓ। ਔਰ ਨਾਲ ਜਿੰਨੇ ਕਿਹਦੇ ਦੋਸਤ ਮਿੱਤਰ ਸਨ ਉਹਨਾਂ ਨੂੰ ਨਾਲ ਲੈ ਲਿਆ ਤੇ ਘੋੜੇ ਤੇ ਕਾਠੀ ਪਾਈ ਚਲੇ ਗਏ ਜੇ। ਅਮਰ ਵਸਤ ਕੁਛ ਭਾਟਨੇ ਜਲਾ ਕੈ, ਸੁਤਤ ਰਬ ਧਰਿਓ ਤਰੀ ਪਰ ਹੋਇਆ ਕੈ। ਜਿੰਨੇ ਕੁ ਮੂਰਖੇ ਨੂੰ ਪਿਆਰ ਕਰਦੇ ਸੀ ਉਹ ਵੀ ਨਾਲ ਲੈ ਗਏ ਆ, ਕੁਝ ਸਿਪਾਹੀ। ਔਰ ਗੁਰੂ ਪਿਆਰਿਓ ਸਤਲੁਜ ਦਰਿਆ ਨੂੰ ਕਹਿੰਦੇ ਇਹਨਾਂ ਨੇ ਪਾਰ ਕੀਤਾ ਹੈ। ਗਇਓ ਭਾਦ ਕਰ ਗੁਰ ਕਰਤਾਰਾ, ਬਣ ਤੇ ਆਏ ਪ੍ਰਭੂ ਉਦਾਰਾ। ਔਰ ਇਹ ਸਤਲੁਜ ਪਾਰ ਕਰਕੇ ਪਹੁੰਚ ਗਿਆ ਕਰਤਾਰਪੁਰ, ਜਿੱਥੇ ਧੀਰਮਲ ਰਹਿੰਦਾ ਹੈ। ਇਤਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਜੰਗਲ ਵਿੱਚੋਂ ਸ਼ਿਕਾਰ ਖੇਡ ਕੇ ਜਦੋਂ ਵਾਪਸ ਆਏ ਹਨ, ਭਇਓ ਪਲਾਇ ਨ ਸੁਣ ਸੁਧ ਸਾਰੀ, ਸ਼ਰਾਬ ਹੇਤ ਗੁਰ ਗਿਰਾ ਉਚਾਰੀ। ਔਰ ਜਦੋਂ ਉਹਦੇ ਭੱਜਣ ਦਾ ਪਤਾ ਲੱਗਿਆ ਤੇ ਸਾਧ ਜੇ ਬੋਲੇ ਸਹਿ ਸੁਭਾਏ, ਸਾਧਕਾ ਬੋਲਿਆ ਬਿਰਥਾ ਨ ਜਾਏ, ਤਾਂ ਖੁਦ ਪਰਮੇਸ਼ਰ ਹੈ। ਕਹਿਣ ਲੱਗੇ ਜਿਹੜੀ ਮੌਤ ਤੋਂ ਡਰ ਕੇ ਭੱਜਿਆ ਹੁਣ ਉਸ ਮੌਤ ਤੋਂ ਬਚ ਥੋੜ੍ਹੀ ਸਕਦਾ ਇਹ। ਅਤੇ ਮਸੰਦਰ ਜਿਮ ਲਖ ਭਾਜਾ, ਮ੍ਰਿਤ ਕੇ ਡਰ ਤੇ ਕੀਨ ਤੁਕਾਜਾ। ਔਰ ਹੁਣ ਇਹਦੇ ਅੰਦਰ ਡਰ ਪੈਦਾ ਹੋ ਗਿਆ ਵੀ ਜਿਵੇਂ ਮਸੰਦਾਂ ਨੂੰ ਮਾਰਿਆ ਕਿਤੇ ਮੈਨੂੰ ਵੀ ਨਾ ਮਾਰ ਦੇਣ। ਇਹ ਆਪਦੀ ਮੌਤ ਵੱਲ ਆਪੇ ਹੀ ਚਲਿਆ ਗਿਆ ਹੈ। ਜੈ ਹੈ ਮ੍ਰਿਤ ਦਿਸ ਆਗੇ, ਤਜ ਹੈ ਪ੍ਰਾਨ ਕਿਮ ਬਾਟੈ ਭਾਗੇ। ਕਿਉਂਕਿ ਮੌਤ ਨੇ ਜਿੱਥੇ ਬੰਦੇ ਨੂੰ ਲੈ ਕੇ ਜਾਣਾ, ਤਿੰਨੇ ਚੀਜ਼ਾਂ ਇਕੱਠੀਆਂ ਹੋਣੀਆਂ, ਕਲਰੀ, ਸਮਾਂ ਤੇ ਬਹਾਨਾ। ਇਹ ਬਹਾਨਾ ਬਣਿਆ ਇਹਦੀ ਮੌਤ ਦਾ, ਆਨੰਦ ਚੰਦ ਦੀ ਮੌਤ ਦਾ, ਸਾਧੂ ਦਾ ਗ੍ਰੰਥ ਲੁਕਾਉਣਾ। ਔਰ ਕਲਰੀ ਇਹਦੀ ਜਿੱਥੇ ਹੈ ਉੱਥੇ ਮੌਤ ਨੇ ਇਸ ਨੂੰ ਲਿਜਾਣਾ ਕੀਤਾ ਜੇ। ਇਸੇ ਗ੍ਰੰਥ ਕਹੋ ਕਢੈ ਨਾ ਕੋਈ, ਗ੍ਰਾਮ ਡਰੋਲੀ ਥਿਰ ਹਵੈ ਸੋਈ। ਇਸ ਤਰ੍ਹਾਂ ਪਾਤਸ਼ਾਹ ਜੀ ਕਹਿੰਦੇ ਇਹ ਗ੍ਰੰਥ ਜਿਹੜਾ ਹੈ
ਡਰੋਲੀ ਪਿੰਡ ਵਿੱਚ ਪਿਆ ਰਹੇਗਾ, ਇਹਨੂੰ ਹੁਣ ਕਿਸੇ ਨੇ ਨਹੀਂ ਪੜਨਾ ਜੇ। ਸਿਮ ਕਲਗੀਧਰ ਸ਼ਰਾਬ ਉਚਾਰਾ, ਡੇਰਾ ਤਹਿ ਲੁਟਾਏ ਦੇਹੋ ਸਾਰਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਹਦਾ ਡੇਰਾ ਲੁੱਟ ਲਿਆਓ ਸਾਰਾ ਹੁਣ। ਉਤ ਜਬ ਨੰਦ ਚੰਦ ਚਲ ਗਇਓ, ਨਰ ਪਟ ਧੀਰ ਮਲ ਪਹਿ ਗਇਓ। ਔਰ ਇਸ ਨੇ ਜਾ ਕੇ ਧੀਰ ਮਲ ਨੂੰ ਮਿਲਣਾ ਕੀਤਾ ਔਰ ਦੱਸਣਾ ਕੀਤਾ ਕਿ ਮੈਂ ਗੁਰੂ ਗੋਬਿੰਦ ਸਿੰਘ ਜੀ ਕੋਲੋਂ ਆਇਆ ਹਾਂ। ਸੁਧ ਕਰ ਮਿਲਿਓ ਹੰਕਾਰਤ ਕਹਿ, ਲੱਖੋ ਸੰਗਤ ਮਮ ਬਸ ਹੈ। ਔਰ ਗੁਰੂ ਪਿਆਰਿਓ ਧੀਰ ਮਲ ਨੇ ਇਹ ਸੁਣ ਕੇ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਕੋਲੋਂ ਆਇਆ, ਕੋਈ ਤਕੜਾ ਮਸੰਦ ਹੈ, ਜਨਤਾ ਨੂੰ ਮੇਰੇ ਨਾਲ ਜੋੜ ਸਕਦਾ ਹੈ, ਤਾਂ ਉਹਨੇ ਵੀ ਬੜੇ ਹੰਕਾਰ ਦੇ ਨਾਲ ਇਹਨੂੰ ਆਪਣੇ ਕੋਲ ਬੁਲਾਇਆ ਜੇ। ਧਨ ਅਰਪਾਵੋ, ਸਬਦ ਸਿਕੇ ਸਿਖਿਆਣ ਚੁਕਾਵੋ। ਔਰ ਜਾ ਕੇ ਧੀਰ ਮਲ ਨੂੰ ਕਹਿੰਦਾ ਮੈਂ ਤੈਨੂੰ ਗੁਰੂ ਬਣਾਉਣਾ ਹੈ ਔਰ ਸਾਰੀ ਜਨਤਾ ਨੂੰ ਮੈਂ ਜਾਣਦਾ ਹਾਂ, ਤੇਰੇ ਅੱਗੇ ਮੱਥੇ ਟਿਕਾਵਾਂਗਾ। ਕਹਿੰਦਾ ਮੈਂ ਤਾਂ ਚੋਲਾ ਝਾੜ ਦੇਵਾਂ ਤੇ ਇਹਦੇ ਵਿੱਚੋਂ ਹੀ ਗੁਰੂ ਕੱਢ ਸਕਦਾ ਹਾਂ, ਜੇ ਮੈਂ ਕੁੜਤਾ ਝਾੜ ਦੇਵਾਂ ਇਹਦੇ ਵਿੱਚੋਂ ਗੁਰੂ ਨਿਕਲ ਸਕਦਾ ਹੈ। ਇਤਿਆਦਿਕ ਕਹਿ ਨਿਮਰੀ ਹੋਏ, ਰਹਿਓ ਨਿਸਾ ਕਰ ਡੇਰਾ ਸੋਏ। ਇਸ ਤਰ੍ਹਾਂ ਗੁਰੂ ਪਿਆਰਿਓ ਇਸ ਨੇ ਬੜੇ ਹੀ ਹੰਕਾਰ ਦੇ ਨਾਲ ਇਹ ਗੱਲਾਂ ਕਹੀਆਂ। ਧੀਰ ਮਲ ਬੜਾ ਖੁਸ਼ ਹੋਇਆ। ਪਹਿਲਾਂ ਤਾਂ ਇਹਨੇ ਰਾਤ ਕੱਟੀ ਐ। ਧੀਰ ਮਲ ਨਿਕਟੀ ਰਹਿ ਕੇ, ਸਿੱਖ ਮਸੰਦ ਸਾਹਿਬ ਸੇ। ਹੁਣ ਧੀਰ ਮਲ ਵੀ ਆਪਣੇ ਤੌਰ ਤੇ ਪੂਜਾ ਕਰਵਾ ਰਿਹਾ ਸੀ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਪੰਜਵੇਂ ਪਾਤਸ਼ਾਹ ਵਾਲਾ ਇਹਦੇ ਕੋਲ ਕਰਤਾਰਪੁਰ ਸੀਗਾ ਉਸ ਵੇਲੇ। ਇਹਦੇ ਕੋਲੇ ਕਈ ਮਸੰਦ ਮਸਾਹਿਬ ਰਹਿੰਦੇ ਸਨ। ਤੈਨੂੰ ਚਿੰਤ ਕਰ ਮਸਲਕ ਠਾਨੀ, ਬੋਧ ਸੂਰਤਾ ਇਸੇ ਮਹਾਨੀ। ਔਰ ਉਹਨਾਂ ਦੇ ਮਨ ਵਿੱਚ ਈਰਖਾ ਪੈਦਾ ਹੋ ਗਈ, ਚਿੰਤਾ ਪੈਦਾ ਹੋ ਗਈ। ਇਹ ਤਾਂ ਬੜਾ ਸਿਆਣਾ ਹੈ ਯਾਰ, ਬੜਾ ਦਿਮਾਗੀ ਬੰਦਾ ਹੈ, ਤਕੜਾ ਵੀ ਬੜਾ ਹੈ, ਕਿਉਂਕਿ ਜੰਗਾਂ ਯੁੱਧਾਂ ਵਿੱਚ ਕੰਮ ਕੀਤਾ ਇਸ ਨੇ, ਔਰ ਤਕੜਾ ਵੀ ਬੜਾ ਹੈ। ਜੇ ਧੀਰ ਮਲ ਦੇ ਕੋਲ ਰਹਿ ਪਿਆ ਤੇ ਆਪਾਂ ਨੂੰ ਤਾਂ ਖੂੰਜੇ ਲਾ ਦੇਣਾ। ਉੱਥੋਂ ਹਾਲੇ ਮਸੰਦਾਂ ਦੇ ਦਿਮਾਗ 'ਚ ਇਹ ਖਿਆਲ ਆ ਗਿਆ। ਨਹਿ ਦੇਹੋ ਰਹਿਬੇ ਕਰੋ ਨੁਕਸਾਨਣਾ, ਕਹਿ ਰਤ ਛਲ ਕੋ ਪ੍ਰਾਣ ਵਿਸਾਨਣ। ਕਹਿੰਦੇ ਵੀ ਇਸ ਨੂੰ ਇੱਥੋਂ ਭਜਾਈਏ ਆਪਾਂ, ਇਹਨੂੰ ਆਪਾਂ ਇੱਥੇ ਨਾ ਰਹਿਣ ਦਈਏ। ਹੁਣ ਜਾਂ ਤਾਂ ਇਸ ਨੂੰ ਇੱਥੋਂ ਕੱਢ ਦਈਏ ਤੇ ਜਾਂ ਫਿਰ ਇਹਨੂੰ ਮਾਰ ਦਈਏ, ਇਹਨੇ ਤਾਂ ਆਪਣੇ ਪੈਰ ਨਹੀਂ ਲੱਗਣ ਦੇਣੇ। ਹੁਣ ਧੀਰ ਮਲ ਕੇ ਨਿਕਟ ਸਿਧਾਰੇ, ਅਨੰਤ ਸਿਆਣਪ ਸਹਿਤ ਉਚਾਰੇ। ਔਰ ਉਹਨਾਂ ਮਸੰਦਾਂ ਨੇ ਗੱਲ ਬਣਾਉਂਦਿਆਂ ਹੋਇਆਂ, ਗੱਲ ਬਣਾਈ ਜਾਂਦੀ ਹੈ ਨਾ, ਗੱਲ ਬਣਾ ਕੇ ਕਿਸੇ ਨੂੰ ਚੱਕਰ 'ਚ ਪਾਇਆ ਜਾਂਦਾ। ਧੀਰ ਮਲ ਨੂੰ ਬੜੀ ਸੁੰਦਰ ਢੰਗ ਦੇ ਨਾਲ ਕਹਿੰਦੇ ਹਨ, ਤੁਮਰੇ ਸ਼੍ਰੀ ਗੋਬਿੰਦ ਸਿੰਘ ਸਾਹਿਬ, ਕਹਿਣ ਇਹ ਬਟੋ ਸਾਹਿਬ। ਕਹਿਣ ਲੱਗੇ ਧੀਰ ਮਲ ਜੀ ਤੁਹਾਡਾ ਗੁਰੂ ਗੋਬਿੰਦ ਸਿੰਘ ਦੁਸ਼ਮਣ ਹੈ ਤੇ ਇਹ ਉਹਨਾਂ ਦਾ ਵੱਡਾ ਮੁਨੀਮ ਹੈ, ਮਸਾਹਿਬ ਹੈ, ਖਾਸ ਬੰਦਾ ਹੈ। ਰਤਿਓ ਕਪਟ ਆਇਓ ਤਲ ਢੇਰੇ, ਕਰੈ ਬਿਨਾਸਨ ਰਹਿਤ ਮਨੇਰੇ। ਸਾਨੂੰ ਤਾਂ ਐਂ ਲੱਗਦਾ ਹੈ ਤੈਨੂੰ ਮਾਰਨ ਆਇਆ ਹੋਵੇਗਾ, ਇਹ ਛਲ ਕਪਟ ਕਰਕੇ ਆਇਆ ਲੱਗਦਾ ਹੈ, ਤੇਰੇ ਵਿੱਚ ਰਹਿ ਕੇ ਤੈਨੂੰ ਮਾਰੇਗਾ। ਜਦੋਂ ਆਪਣੇ ਵਿੱਚ ਰਿਹਾ ਕਈ ਮਹੀਨੇ ਤੇ ਇਹਨੇ ਆਪਣਾ ਭੇਤ ਪਾ ਲੈਣਾ ਤੇ ਮੁੜ ਕੇ ਤੈਨੂੰ ਮਾਰ ਕੇ ਇਹਨੇ ਕਰਤਾਰਪੁਰ ਖੋ ਲੈਣਾ ਹੈ ਜੀ। ਦੇਖੋ ਨਾ ਕਿੰਨਾ ਤਕੜਾ ਬੰਦਾ, ਸ਼ਾਸਤਰ ਚਲਾਉਣ ਵਿੱਚ ਬੜਾ ਤਕੜਾ ਹੈ ਇਹ। ਇਹਦੇ ਮੂਹਰੇ ਤਾਂ ਆਪਾਂ ਅੜ ਵੀ ਨਹੀਂ ਸਕਦੇ ਜੇ ਕਿਤੇ ਇਸਨੇ ਤਲਵਾਰ ਕੱਢ ਲਈ। ਧੀਰ ਮਲ ਜੀ ਆਪਣਾ ਭਲਾ ਚਾਹੁੰਦੇ ਹੋ ਤਾਂ ਇਸ ਨੂੰ ਜਾਂ ਤਾਂ ਭਜਾ ਦਿਓ ਜਾਂ ਮਾਰ ਦਿਓ, ਤਾਂ ਆਪਣਾ ਭਲਾ ਹੈ, ਨਹੀਂ ਤਾਂ ਇਹ ਆਪਾਂ ਨੂੰ ਮਾਰ ਜਾਵੇਗਾ। ਆਏ ਅਚਾਨਕ ਬਸ ਨਾ ਪਰਿਓ,
ਜਿਸ ਕੋ ਚਹਿਤ ਪ੍ਰਾਣ ਪਰ ਹਰਿਓ। ਔਰ ਇਹ ਕਿਤੇ ਹੋ ਸਕਦਾ ਹੈ ਆਪਾਂ ਨੂੰ ਮਾਰਨ ਆਇਆ ਹੋਵੇ, ਛਲ ਕਪਟ ਕਰਕੇ ਆਇਆ ਹੋਵੇ। ਹੁਣ ਆਪਾਂ ਇਸ ਨੂੰ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਵਸ ਵਿੱਚ ਆ ਗਿਆ, ਕਾਬੂ 'ਚ ਆ ਗਿਆ। ਬਿਨਾਂ ਦੱਸੇ ਆਪਾਂ ਪਿੱਛੋਂ ਹਮਲਾ ਕਰਕੇ ਇਹਨੂੰ ਮਾਰੀਏ, ਲੜਾਈ 'ਚ ਤਾਂ ਇਹ ਮਾਰਿਆ ਨਹੀਂ ਜਾ ਸਕਣਾ, ਇਹ ਆਪਾਂ ਨੂੰ ਮਾਰ ਜਾਊਗਾ। ਕਾਜ ਬਿਗਾਰੇ ਅਨਕ ਤੁਹਾਰੇ, ਲੇਹੋ ਪਲਟਾ ਅਬ ਇਸ ਕੋ ਮਾਰੇ। ਅਸੀਂ ਤਾਂ ਕਹਿਣੀ ਇਹਨੂੰ ਮਾਰ ਦਈਏ ਆਪਾਂ, ਇਹ ਆਪਣੇ ਵਿੱਚ ਕਿੱਧਰੋਂ ਆ ਗਿਆ? ਇਹ ਕੋਈ ਛਲ ਫਰੇਬ ਕਰਨ ਆਇਆ ਲੱਗਦਾ ਹੈ। ਸੁਣ ਕੇ ਧੀਰ ਮਲ ਤਬ ਕਹਿਓ, ਕਿਮ ਇਸ ਹੱਥੈ ਵੀਰ ਬੜ ਲਹਿਓ। ਔਰ ਧੀਰਮਲ ਆਪਣੇ ਮਸੰਦਾਂ ਨੂੰ ਕਹਿੰਦਾ, ਯਾਰ ਆਪਾਂ ਇਹਨੂੰ ਕਿਵੇਂ ਮਾਰਾਂਗੇ? ਇਹ ਤਾਂ ਬਹੁਤ ਤਕੜਾ ਬੰਦਾ, ਯੋਧਾ ਹੈ, ਸੂਰਮਾ ਹੈ। ਸ਼ਾਸਤਰਨ ਜੋਤ ਸਨਮੁਖ ਜਬ ਹੋਵੇ, ਹੱਥ ਹੈ ਅਨਕ ਕੋ ਸਨਮੁਖ ਖਰੋਵੇ। ਜੇ ਆਪਾਂ ਇਹਦੇ ਨਾਲ ਲੜਾਈ ਸ਼ੁਰੂ ਕਰ ਲਈ ਤੇ ਇਹ ਕਈਆਂ ਨੂੰ ਮਾਰ ਸਕਦਾ ਹੈ। ਪੁੰਨ ਸਭ ਹਿਨ ਮਾਰਨ ਵਿਦ ਕਹੀ, ਕਰੈ ਸੰਘਾਰਨ ਜਾਣੈ ਨਹੀਂ। ਉਹ ਕਹਿੰਦੇ ਸਾਹਮਣਿਓਂ ਨਹੀਂ ਮਾਰਿਆ ਜਾਣਾ, ਇਹ ਇਸ ਨੂੰ ਆਪਾਂ ਇਸ ਢੰਗ ਨਾਲ ਮਾਰੀਏ ਕਿ ਇਹਨੂੰ ਪਤਾ ਹੀ ਨਾ ਲੱਗੇ। ਭਈ ਪ੍ਰਭਾਤ ਲਿਖਤ ਜਬ ਅਹ, ਦੇਹ ਤੁਪਕ ਇੱਕ ਵੀਰ ਛਪੈ। ਦੇਰੇ ਨਾ ਜਦੋਂ ਕੱਲ ਨੂੰ ਆਪਣੇ ਕੋਲ ਆਵੇ, ਆਪਣੇ ਕਿਸੇ ਮਨੁੱਖ ਨੂੰ ਇੱਕ ਬੰਦੂਕ ਫੜਾ ਦਿਓ ਤੇ ਇਹਨੂੰ ਗੋਲੀ ਮਾਰ ਕੇ ਪਿੱਛੋਂ ਮਾਰੋ। ਤਾਕਰ ਦੇ ਮੈਂ ਮਾਰੈ ਗੋਰੀ, ਗਿਰੈ ਮਰੈ ਤਤ ਸ਼ਨੀਰ ਬੋਰੀ। ਔਰ ਜਦੋਂ ਇਹਦੇ ਛਾਤੀ ਵਿੱਚ ਗੋਲੀ ਵੱਜੀ ਤੇ ਇਹ ਮਰ ਜਾਵੇਗਾ, ਇਹਨੂੰ ਪਤਾ ਨਾ ਲੱਗੇ ਕਿ ਮੈਨੂੰ ਮਾੜਾ ਸਮਝਦੇ ਐ। ਇਹ ਮਸਲਾ ਕਰ ਸੁਭਤੇ ਰਾਤੀ, ਆਇਓ ਮੰਦ ਜਬੈ ਹੋਏ ਪ੍ਰਾਤੀ। ਇਸ ਤਰ੍ਹਾਂ ਇਹ ਮਾੜੀ ਮੱਤ ਵਾਲਾ ਆਨੰਦ ਚੰਦ, ਜਿਸ ਨੂੰ ਹੋਣੀ ਨੇ ਪੁੱਠੇ ਪਾਸੇ ਨੂੰ ਪ੍ਰੇਰ ਲਿਆ। ਗੁਰੂ ਪਿਆਰੂ ਆਪਣੀ ਮੌਤ ਆਪੇ ਸਹੇੜ ਲਈ ਹੈ ਇਸ ਮਨੁੱਖ ਨੇ। ਔਰ ਜਦੋਂ ਤੜਕੇ ਧੀਰਮਲ ਵੱਲ ਆ ਰਿਹਾ ਹੈ ਜੇ, ਖਰਿਓ ਕਰਿਓ ਦਿਨ ਤੂਰਨ ਮਾਰੀ, ਲਗੀ ਜਾਂਗ ਹਰ ਟੁੱਟੇ ਸਾਰੀ। ਔਰ ਉਸ ਦਾ ਬੰਦਾ ਲੁੱਕ ਕੇ ਖੜਾ ਸੀ ਨਿਸ਼ਾਨਾ ਬਿੰਨ ਕੇ। ਜਦੋਂ ਇਹ ਸਾਹਮਣੇ ਆਇਆ ਉਹਨੇ ਗੋਲੀ ਚਲਾਈ ਤੇ ਇਹਦੇ ਪੱਟ ਵਿੱਚ ਵੱਜੀ ਤੇ ਇਹਦੀ ਲੱਤ ਟੁੱਟ ਗਈ ਜੀ। ਹੀਰਤ ਖੜਗ ਨਿਕਾਸਿਓ, ਕਿਸ ਨੇ ਉਚਕ ਮੋਹਿ ਵਿਨਾਸਿਓ। ਔਰ ਕੋਲ ਵੱਡੀ ਤਲਵਾਰ ਸੀ, ਮਿਆਨ ਚੋਂ ਕੱਢ ਲਈ ਹੈ। ਆਪਣੀ ਪੱਟ ਦੀ ਪੀੜ ਨੂੰ ਝੱਲਦਾ ਹੋਇਆ ਖੜਾ ਹੈ, ਕਹਿੰਦਾ ਮੈਨੂੰ ਕਿਹਨੇ ਮਾਰਿਆ ਦੱਸੋ। ਦੋਨੋਂ ਦੇਸ ਕਪਾਟ ਮਿਰਵਾਏ, ਦੇਖ ਲਿਓ ਨਾ ਨਿਕਸਨ ਪਾਏ। ਔਰ ਇਹਦੇ ਸਾਥੀਆਂ ਨੇ ਜਿੱਥੇ ਖੜਾ ਸੀ ਅੱਗੇ ਤੇ ਪਿੱਛੇ ਦੋਨੇ ਪਾਸੇ ਗੇਟ ਸੀ। ਕਈ ਵਾਰੀ ਦਰਵਾਜ਼ਿਆਂ ਦੇ ਦੋ ਗੇਟ ਹੁੰਦੇ ਸੀ ਪੁਰਾਣੇ ਸਮਿਆਂ 'ਚ, ਇੱਕ ਅੰਦਰਲੇ ਪਾਸੇ ਲੱਗਿਆ ਹੁੰਦਾ, ਇੱਕ ਬਾਹਰਲੇ ਪਾਸੇ ਲੱਗਿਆ ਹੁੰਦਾ। ਕਹਿੰਦੇ ਇਹ ਧੀਰਮਲ ਦੇ ਬੰਦਿਆਂ ਨੇ ਉਸ ਨੂੰ ਉਹਨਾਂ ਗੇਟਾਂ ਦੇ ਵਿਚਾਲੇ ਹੀ ਬੰਦ ਕਰ ਦਿੱਤਾ ਹੈ ਜੀ। ਜਾਏ ਨਾ ਸਕਈ, ਕਿਮ ਸੰਘਾਰੈ ਘਾਤ ਨਾ ਤਕਈ। ਦੋਨੇ ਪਾਸਿਓਂ ਗੇਟ ਬੰਦ ਕਰ ਦਿੱਤੇ, ਹੁਣ ਇਹ ਤੋਂ ਨਿਕਲਿਆ ਨਾ ਗਿਆ ਤੇ ਇਸ ਕਰਕੇ ਇਹ ਜ਼ਖਮ ਦੇ ਕਾਰਨ ਅੰਦਰ ਕਰਾਉਂਦਾ ਰਿਹਾ, ਬਿਲਕਦਾ ਰਿਹਾ। ਸਾਤ ਹੋ ਖੇਰ ਸ਼ੇਕ ਕਰ ਹੀਰਾ, ਹਰੋ ਕ੍ਰੋਧ ਤੇ ਵੀਰ ਵਡੇਰਾ। ਔਰ ਉਹਦੇ ਬੰਦਿਆਂ ਨੇ ਕਿਸੇ ਬਿੱਲ ਰਾਹੀਂ, ਛੱਤ ਰਾਹੀਂ, ਕਿਸੇ ਮੋਰੇ ਰਾਹੀਂ ਦੇਖਿਆ ਵੀ ਇਹ ਤਾਂ ਬੜਾ ਹਜੇ ਵੀ ਗੁੱਸੇ ਵਿੱਚ ਹੈ, ਕ੍ਰੋਧ ਵਿੱਚ ਹੈ। ਇਹਦੇ ਪੱਟ ਵਿੱਚ ਵੱਜੀ ਗੋਲੀ ਦਾ ਇਹਨੂੰ ਕੋਈ ਹਜੇ ਦਰਦ ਨਹੀਂ ਹੋ ਰਿਹਾ। ਜਥਾ ਕਿਹੜੀ ਪਿੰਜਰੇ ਡਾਰਿਓ, ਹੱਥ ਗੋਰੀ ਬੋ ਫੇਰ ਸੰਘਾਰਿਓ। ਔਰ ਮਾਨੋ ਇਸ ਨੂੰ ਜਿਵੇਂ ਪਿੰਜਰੇ ਵਿੱਚ ਬੰਦ ਕਰਕੇ ਹੋਰ ਗੋਲੀਆਂ ਮਾਰ ਕਰਕੇ ਇਸ ਨੂੰ ਮਾਰ ਦਿੱਤਾ ਹੈ ਜੀ। ਤੇ ਵਹਿਨ ਗਿਰਾਇਓ, ਭੱਟ ਸੰਗੀ ਤਤਕਾਲ ਉਠਾਇਓ। ਫਿਰ ਗੇਟ ਖੋਲੇ ਜਦੋਂ ਇਹ ਮਰ ਗਿਆ ਤੇ ਲਾਤਾਂ ਤੋਂ ਫੜ ਕੇ ਘੜੀਸ ਕੇ ਬਾਹਰ ਕੱਢਿਆ ਹੈ। ਔਰ ਜਿਹੜੇ ਉਹਦੇ ਸਾਥੀ ਸਨ ਸੂਰਮੇ, ਉਹਨਾਂ ਨੇ ਇਹਨੂੰ ਚੱਕਿਆ ਹੈ ਜੀ। ਸੰਗਾ ਫੇਰ ਉਜਾਏ, ਮਿਰਤਕ ਭਇਓ ਇਮ ਧਰਮ ਗਵਾਏ। ਕਾਲਾ ਸੰਘਾ ਪਿੰਡ ਦਾ ਨੇੜੇ, ਬਕਾਲਾ ਸਾਹਿਬ ਆਪਣਾ ਕਰਤਾਰਪੁਰ ਦੇ ਨੇੜੇ ਪਿੰਡ ਹੈ ਕਾਲਾ ਸੰਘਾ। ਉਸ ਕਾਲੇ ਸੰਘੇ ਪਿੰਡ ਵਿੱਚ ਜਾ ਕਰਕੇ ਇਹਦਾ ਸੰਸਕਾਰ ਕਰ ਦਿੱਤਾ ਹੈ। ਇਉਂ ਆਪਣੇ ਧਰਮ ਨੂੰ ਖਰਾਬ ਕਰਕੇ ਗੁਰੂ ਤੋਂ ਬੇਮੁਖ ਹੋ ਕੇ ਇਸ ਦੀ ਮੌਤ ਹੋ ਗਈ ਜੀ ਦੋਹਰਾ।
संगन की कथा कहो कहाँ लग शेष को मारत ही मार गए जे अग करतव शेष। इस तरह गुरु प्यारिओ गुरु ਸਾਹਿਬਾਂ ਤੇ ਕਈ ਕਹਿਰੀ ਅੱਖ ਰੱਖਣ ਵਾਲੇ ਆਪਣੇ ਆਪ ਨੂੰ ਆਪੇ ਮਾਰ ਗਏ, ਮਾਰ ਖਾਂਦੇ ਖਾਂਦੇ ਮਰ ਗਏ ਕਈ ਇਸ ਤਰ੍ਹਾਂ ਮਸੰਦ, ਜਿਨ੍ਹਾਂ ਨੇ ਵੀ ਗੁਰੂ ਘਰ ਦਾ ਬੁਰਾ ਸੋਚਿਆ। ਜਿਵੇਂ ਪਾਤਸ਼ਾਹ ਜੀ ਨੇ ਪਹਿਲਾਂ ਕਿਹਾ ਸੀ, ਜਿਹੜਾ ਮੇਰਾ ਖਾਲਸਾ ਪੰਥ ਦਾ ਬੁਰਾ ਸੋਚੇਗਾ ਉਹ ਬਚਦਾ ਨਹੀਂ। ਔਰ ਬੇਅੰਤ ਮਸੰਦ ਜਿਹੜੇ ਸਨ ਉਹ ਮਰ ਗਏ ਇਸੇ ਤਰ੍ਹਾਂ, ਔਰ ਕਈ ਸਜ਼ਾ ਨੂੰ ਪ੍ਰਾਪਤ ਹੋ ਕੇ ਛੁਟਕਾਰਾ ਪਾ ਗਏ, ਭੱਜ ਗਏ, ਕਈ ਚੋਰੀਓਂ ਭੱਜ ਗਏ। ਜਿਨ੍ਹਾਂ ਨੇ ਹੱਥ ਬੰਨ ਕੇ ਨਿਮਾਣੇ ਹੋ ਕੇ ਮਾਫੀ ਮੰਗ ਲਈ, ਜੀ ਸਾਨੂੰ ਛੱਡ ਦਿਓ, ਅਸੀਂ ਕੋਈ ਹੋਰ ਕੰਮ ਕਰ ਲਾਂਗੇ, ਅਸੀਂ ਹੁਣ ਮਸੰਦਪੁਰਾ ਨਹੀਂ ਕਰਦੇ। ਪਾਤਸ਼ਾਹ ਜੀ ਨੇ ਉਹਨਾਂ ਨੂੰ ਛੱਡ ਦਿੱਤਾ ਹੈ। ਇਸ ਤਰ੍ਹਾਂ ਗੁਰੂ ਪਿਆਰਿਓ ਹੁਣ ਜਿੱਥੇ ਕਿੱਥੇ ਭੁਜੰਗੀ ਭਾਵ ਖਾਲਸਾ ਫੌਜਾਂ ਵਿਚਰ ਰਹੀਆਂ ਹਨ, ਸ਼ਾਸਤਰ ਕੇਸ ਕਸ਼ਹਿਰਾ ਆਦਿ ਇਹ ਸ਼ਾਸਤਰ ਧਾਰਨ ਕਰਕੇ ਪੰਜ ਕਕਾਰੀ ਹੋ ਕੇ ਇਸ ਤਰ੍ਹਾਂ ਜਿਹੜੇ ਮਸੰਦ ਸੰਗਤਾਂ ਨੂੰ ਝਿੜਕਦੇ ਸਨ, ਸੰਗਤਾਂ ਨੂੰ ਲੁੱਟਦੇ ਸਨ, ਉਹ ਜਿੱਥੇ ਜਿੱਥੇ ਮਿਲੇ ਉੱਥੋਂ ਫੜ ਕੇ ਕੈਦ ਕਰਨੇ ਕੀਤੇ, ਉਹਨਾਂ ਨੂੰ ਸਜ਼ਾਵਾਂ ਦਿੱਤੀਆਂ। ਕਈ ਬਹੁਤੇ ਵਿਗੜ ਚੁੱਕੇ ਸੀ, ਉਹਨਾਂ ਦੀ ਮੌਤ ਕਰ ਦਿੱਤੇ ਜੇ। ਦਰਸ਼ਨ ਕੋ ਆਵ ਹੈ ਹਿੰਦਨ ਤਰਕਣ ਤੇਜ ਦਿਖਾਵ ਹੈ। ਇਸ ਤਰ੍ਹਾਂ ਹੁਣ ਖਾਲਸਾ ਫੌਜਾਂ ਜਿਹੜੀਆਂ ਤਕੜੀਆਂ ਹੋ ਗਈਆਂ, ਕੁੰਡਲੀਆ ਸ਼ਮਸ਼ੇਰ ਖਾਲਸਾ ਹਜੇ ਨਹੀਂ ਮਰਿਆ। ਗੁਰੂ ਪਿਆਰਿਓ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਆ, ਕੀ ਹੋਇਆ ਜੇ ਤੂੰ ਮੇਰੇ 4 ਸਾਹਿਬਜ਼ਾਦੇ ਮਾਰ ਦਿੱਤੇ, ਪਰ ਮੇਰਾ ਕੁੰਡਲੀਆ ਖਾਲਸਾ ਜਿਹੜਾ ਹੈ ਪੰਜਵਾਂ ਪੁੱਤਰ ਹਜੇ ਜਿਉਂਦਾ ਤੇ ਇੱਥੋਂ ਬਦਲੇ ਲਵੇਗਾ। ਔਰੰਗਜ਼ੇਬ ਨੂੰ ਲਿਖਦੇ ਆ ਜ਼ਫਰਨਾਮੇ 'ਚ। ਇਸੇ ਤਰ੍ਹਾਂ ਹੀ ਇਹ ਖਾਲਸਾ ਪੰਥ ਹੁਣ ਤਕੜਾ ਹੋ ਗਿਆ। ਗੁਰੂ ਪਿਆਰਿਓ ਹਿੰਦੂ ਤੁਰਕਾਂ ਨੂੰ ਫਿਰ ਦੱਸਣ ਲੱਗੇ ਆਪਣਾ ਜਾਹੋ ਜਲਾਲ। ਹੁਣ ਸਿੱਖ ਸੰਗਤਾਂ ਆਪਣੇ ਘਰੋਂ ਘਰੀ ਦਸਵਾਂ ਦਸੌਂਦ ਕੱਢਦੀਆਂ, ਆਪਣੇ ਘਰੇ ਗੋਲਕਾਂ ਲੱਗੀਆਂ ਹੋਈਆਂ, ਗਿਣ ਕਰਕੇ 100 ਚੋਂ 10 ਰੁਪਏ ਕੱਢਦੀਆਂ ਹੈ। ਉਸ ਹਿਸਾਬ ਨਾਲ ਜਦੋਂ ਕਿਤੇ ਦਰਸ਼ਨਾਂ ਨੂੰ ਸੰਗਤ ਆਉਂਦੀ ਹੈ, ਜਬ ਦਰਸ਼ਨ ਕੋ ਸੋ ਚਲ ਆਵੇ ਸ਼ਕਲ ਅਪੂਰ ਹਜੂਰ ਚੜਾਵੇ। ਇਉਂ ਗੁਰੂ ਦੀ ਕੱਢੀ ਹੋਈ ਭੇਟਾ ਜਾਂ ਹੋਰ ਵਸਤੂਆਂ ਜਾਂ ਮਾਇਆ ਆਦਿ ਸਤਿਗੁਰਾਂ ਦੇ ਕੋਲ ਜਮਾ ਕਰਵਾ ਦਿੰਦੇ ਹਨ। ਤੇ ਸਭ ਸੰਗਤ ਵਿਦਤੀ ਅਜਬ ਰੀਤ ਕੀ ਰੰਗਤ। ਇਉਂ ਸੰਗਤ ਵਿੱਚ ਹੁਣ ਗੁਰੂ ਪਿਆਰਿਓ ਜਿਹੜਾ ਸੀਗਾ ਜੋਸ਼ ਵੀ ਭਰ ਗਿਆ, ਮਸੰਦਾਂ ਦਾ ਡਰ ਵੀ ਖਤਮ ਹੋ ਗਿਆ। ਇਹ ਮਸੰਦ ਤਾਂ ਝਿੜਕਦੇ ਵੀ ਸਨ, ਖਾਂਦੇ ਵੀ ਸਨ, ਸੰਗਤਾਂ ਨੂੰ ਲੁੱਟਦੇ ਵੀ ਸਨ ਤੇ ਗੁਰੂ ਘਰ ਸਮਾਨ ਪਹੁੰਚਾਉਂਦੇ ਵੀ ਨਹੀਂ ਸੀ ਪੂਰਾ। ਇਸ ਕਰਕੇ ਹੁਣ ਸੰਗਤਾਂ ਨੂੰ ਜਿਹੜਾ ਹੈ ਨਿਡਰ ਕਰ ਦਿੱਤਾ, ਉਹਨਾਂ ਮਸੰਦਾਂ ਤੋਂ ਨਿਰਭੈ ਕਰ ਦਿੱਤਾ ਹੈ। ਇੱਕ ਦਿਨ ਉੱਚੇ ਥਲ ਗੁਰ ਥਿਰੇ ਦੂਰ ਸਰੂਰ ਵਿਲੋਕਨ ਕਰੇ। ਇੱਕ ਦਿਨ ਸਤਿਗੁਰੂ ਗੋਬਿੰਦ ਸਿੰਘ ਜੀ ਕਿਤੇ ਉੱਚੇ ਸਥਾਨ ਤੇ ਖੜੇ ਸਨ ਜਾਂ ਕਿਸੇ ਬਿਲਡਿੰਗ ਤੇ ਖੜੇ ਸਨ। ਇਹਨਾਂ ਨੇ ਦੂਰੋਂ ਇੱਕ ਘੋੜ ਸਵਾਰ ਆਉਂਦੇ ਵੇਖੇ ਜੀ। ਪਹਿਲਾਂ ਤਾਂ ਉਹ ਸਿੱਧੇ ਆ ਰਹੇ ਸੀ, ਪਰ ਨੇੜੇ ਆ ਕੇ ਸਤਲੁਜ ਵੱਲ ਮੁੜ ਗਏ। ਪਾਤਸ਼ਾਹ ਜੀ ਨੇ ਇੱਕ ਸਿੱਖ ਨੂੰ ਭੇਜਿਆ, ਕਹਿੰਦੇ ਉਹ ਬੰਦੇ ਇੱਧਰ ਆਉਂਦੇ ਆਉਂਦੇ ਕਿਉਂ ਮੁੜ ਗਏ, ਪਤਾ ਕਰਕੇ ਆਓ ਕੌਣ ਹੈ, ਕਿੱਥੋਂ ਆਏ ਹੈ ਤੇ ਕਿੱਧਰ ਚੱਲੇ ਐ। ਤੇ ਜਾ ਕੇ ਉਹ ਸਿੱਖ ਨੇ ਪੁੱਛਿਆ ਵੀ ਤੁਸੀਂ ਕੌਣ ਹੋ, ਕਿੱਥੋਂ ਆਏ ਹੋ? ਤੇ ਸਿੱਧੇ ਆਉਂਦੇ ਆਉਂਦੇ ਮੁੜ ਕਿਉਂ ਪਏ ਸਤਲੁਜ ਦੇ ਕਿਨਾਰੇ ਤੇ? ਉਹ ਕਹਿਣ ਲੱਗੇ ਅਸੀਂ ਬਰਾੜ ਹਾਂ।
ਸੰਗ ਬਤਾਇਓ ਆਏ ਤਬ ਕੇਤਕ ਨਰ ਪਠੇ ਤਵਾਏ। ਤਾਂ ਗੁਰੂ ਪਿਆਰਿਓ ਜਦੋਂ ਆ ਕੇ ਸਿੱਖ ਨੇ ਦੱਸਿਆ ਜੀ, ਉਹ ਕਹਿੰਦੇ ਅਸੀਂ ਬਰਾੜ ਹਾਂ। ਪਾਤਸ਼ਾਹ ਕਹਿੰਦੇ ਉਹਨਾਂ ਨੂੰ ਮੋੜ ਕੇ ਲਿਆਓ। ਕਈ ਸਿੰਘ ਘੋੜ ਸਵਾਰ ਗਏ ਤੇ ਉਹਨਾਂ ਨੂੰ ਲੈ ਕੇ ਆਏ ਜੀ। ਮੋਰ ਜਾਣ ਮੈਂ ਦੀਜੈ ਕਿਤ ਤੇ ਕੋਣ ਹੈ ਪਰ ਚੀਜੈ। ਔਰ ਇਹਨਾਂ ਨੂੰ ਲਿਆਓ ਬੁਲਾ ਕਰਕੇ, ਇਹਨਾਂ ਦਾ ਪਤਾ ਕਰੀਏ ਕੀ ਲੈਣ ਆਏ ਨੇ, ਕਿਵੇਂ ਆਏ ਨੇ। ਕਿਉਂਕਿ ਸਤਿਗੁਰੂ ਪਾਤਸ਼ਾਹ ਇਹ ਵੀ ਖਿਆਲ ਰੱਖਦੇ ਆ ਕਿ ਕੋਈ ਲੁਟੇਰੇ ਸਾਡੀ ਸੰਗਤ ਨੂੰ ਲੁੱਟਣ ਤਾਂ ਨਹੀਂ ਆਏ। ਤੇ ਪਾਤਸ਼ਾਹ ਜੀ ਦੇ ਭੇਜੇ ਹੋਏ ਸਿੰਘਾਂ ਨੇ ਫਿਰ ਉਹਨਾਂ ਨੂੰ ਲਿਆਉਣਾ ਕੀਤਾ ਹੈ ਜੀ। ਆਏ ਜਾਏ ਸਮੁਦਾਏ ਸੁਲਿਆਏ ਖੜੇ ਖੜੇ ਸਤਿਗੁਰ ਅਬਗਾਏ। ਔਰ ਸਿੰਘਾਂ ਨੇ ਜਾ ਕਰਕੇ ਉਹਨਾਂ ਨੂੰ ਅੱਗੋਂ ਮੋੜ ਕਰਕੇ ਸਤਿਗੁਰਾਂ ਦੇ ਸਾਹਮਣੇ ਲਿਆ ਖੜਾਇਆ ਹੈ ਜੀ। ਇਹਨਾਂ ਨੇ ਘੋੜਿਆਂ ਤੋਂ ਉਤਰ ਕੇ ਸਤਿਗੁਰਾਂ ਨੂੰ ਨਮਸਕਾਰ ਕੀਤੀ ਹੈ। ਪ੍ਰਥਮ ਕਹੋ ਕਿਵੇਂ ਆਏ ਭੋਬਹਿ ਲੈ ਕੇ ਕੂਰ ਅਲਾਏ। ਤੁਸੀਂ ਕੌਣ ਹੋ, ਕਿਵੇਂ ਆਏ ਹੋ? ਤੁਸੀਂ ਬਹਿਲੋਂ ਕੇ ਲੱਗਦੇ ਹੋ, ਝੂਠ ਨਾ ਬੋਲਿਓ। ਸੁਣ ਗੁਰਦਾਸ ਸਾਚ ਤਬ ਕਹਿਓ ਹਮ ਪ੍ਰਭ ਦੇਵਤ ਏਮ ਡਰ ਰਹਿਓ। ਤੇ ਜਿਹੜਾ ਇਹ ਗੁਰਦਾਸ ਹੈ ਵਿੱਚ ਇਹ ਮਸੰਦ ਸੀਗਾ ਰਾਮ ਰਾਏ ਦਾ। ਜਦੋਂ 10ਵੇਂ ਪਾਤਸ਼ਾਹ ਜੀ ਨੇ ਰਾਮ ਰਾਏ ਦੇ ਮਸੰਦਾਂ ਨੂੰ ਸਜਾਵਾਂ ਦਿੱਤੀਆਂ, ਉਦੋਂ ਇਹ ਗੁਰਦਾਸ ਮਾਤਾ ਪੰਜਾਬ ਕੌਰ ਦੇ ਕੋਲ ਰਹਿੰਦਾ ਸੀਗਾ। ਇਹ ਚੰਗਾ ਬੰਦਾ ਸੀਗਾ। ਔਰ ਅੱਜ ਇਹ ਘੋੜਿਆਂ ਤੇ ਸਵਾਰ ਹੋ ਕੇ ਇੱਧਰ ਉੱਧਰ ਵਿਚਰ ਰਹੇ ਸੀ। ਜਦੋਂ ਪਾਤਸ਼ਾਹ ਨੇ ਪੁੱਛਿਆ ਮੈਨੂੰ ਤੂੰ ਬਹਿਲੋ ਕਾ ਲੱਗਦਾ, ਫਫੜੇ ਵਾਲੇ ਬਹਿਲੋ ਕਾ। ਭਾਈ ਬਹਿਲੋ ਜਿਹੜਾ ਹੈ 5ਵੇਂ ਤੇ 4ਥੇ ਪਾਤਸ਼ਾਹ ਜੀ ਦੇ ਸਮੇਂ ਤੋਂ ਲੈ ਕੇ ਇਸ ਗੁਰੂ ਘਰ ਦੇ ਵਿੱਚ ਸੇਵਾ ਕਰਦੇ ਆ ਰਹੇ ਹਨ। ਪੁੱਛਣਾ ਕੀਤਾ, ਕਹਿਣ ਲੱਗਿਆ ਜੀ ਹਾਂ ਮੈਂ ਉਹੀ ਹਾਂ ਗੁਰਦਾਸ। ਇੱਧਰ ਕਿਵੇਂ ਆਏ? ਮਹਾਰਾਜ ਅਸੀਂ ਤਾਂ ਡਰਦੇ ਫਿਰਦੇ ਹਾਂ, ਇੱਧਰ ਉੱਧਰ ਸਮਾਂ ਲੰਘਾਉਂਦੇ ਹਾਂ। ਜਬ ਮਾ ਸੰਗ ਮਾਰੇ ਤੁਮ ਮਹਾ ਮੈਂ ਪੰਜਾਬ ਕੋਇਰ ਢੇਗ ਰਹਾ। ਤੁਹਾਨੂੰ ਪਤਾ ਜਦੋਂ ਤੁਸੀਂ ਰਾਮ ਰਾਏ ਦੇ ਮਸੰਦਾਂ ਨੂੰ ਸਜਾਵਾਂ ਦਿੱਤੀਆਂ ਸਨ, ਮੈਂ ਉਦੋਂ ਮਾਤਾ ਪੰਜਾਬ ਕੌਰ ਦੀ ਸੇਵਾ ਵਿੱਚ ਸੀਗਾ। ਜਿਤੇ ਲੋਕ ਪਾਛੇ ਤਹਿ ਫਿਰੇ ਸਗਰੇ ਬੈਰ ਮੋਹੇ ਸੰਗ ਕਰੇ। ਤੇ ਮਹਾਰਾਜ ਮੈਂ ਮਾਤਾ ਪੰਜਾਬ ਕੌਰ ਦੇ ਹੱਕ ਵਿੱਚ ਸੀਗਾ। ਇਸ ਕਰਕੇ ਜਿਹੜੇ ਹੋਰ ਬਚੇ ਖੁਚੇ ਲੋਕ ਜਿਹੜੇ ਉਹ ਮੇਰੇ ਐਂਟੀ ਹੋ ਗਏ, ਮੇਰੇ ਮਗਰ ਪੈ ਗਏ ਹਨ। ਮੇਰ ਸਤਿਗੁਰ ਕੋਇਤ ਇਹੋ ਲਿਆਇਓ ਮਸਲਤ ਕਰ ਹਮ ਕੋ ਮਰਵਾਇਓ। ਸਤਿਗੁਰ ਜੀ ਨੂੰ ਮਿਲਣ ਵਾਸਤੇ ਇੱਧਰ ਆਇਆ ਹਾਂ ਮਹਾਰਾਜ। ਪੰਜਾਬ ਕੌਰ ਨਾਲ ਸਲਾਹ ਕਰਕੇ ਮੇਰੇ ਵਿਰੋਧੀ ਮੈਨੂੰ ਮਰਵਾਉਣਾ ਚਾਹੁੰਦੇ ਹਨ। ਕਹਿੰਦਾ ਰਹੇ ਪੰਜਾਬ ਕੋਇਰ ਸਿਖ ਰਾਵਤ ਦਰਬ ਬਿਰੰਦ ਕੋ ਸਦਾ ਚੁਰਾਵਤ। ਔਰ ਕੁਝ ਬਚੇ ਹੋਏ ਮਸੰਦ ਕੋਈ ਤੁਸੀਂ ਸਾੜ ਦਿੱਤੇ, ਕੁਝ ਫੇਰ ਬਚ ਗਏ ਮਹਾਰਾਜ। ਉਹ ਮਾਤਾ ਪੰਜਾਬ ਕੌਰ ਨੂੰ ਪੁੱਠੀਆਂ ਸਿੱਧੀਆਂ ਲਾਉਂਦੇ ਰਹਿੰਦੇ ਹਨ। ਰਹੇ ਪੰਜਾਬ ਕੋਇਰ ਸਿਖ ਰਾਵਤ ਦਰਬ ਬਿਰੰਦ ਕੋ ਸਦਾ ਚੁਰਾਵਤ। ਨਾਲੇ ਉਸ ਦੀ ਮਾਇਆ ਨੂੰ ਚੋਰੀ ਕਰਦੇ ਆ ਜੋ ਜਨਤਾ ਤੋਂ ਉਸ ਨੂੰ ਮਿਲਦੀ ਹੈ, ਤੇ ਨਾਲੇ ਉਸ ਨੂੰ ਮੇਰੇ ਐਂਟੀ ਭੜਕਾਉਣਾ ਕਰਦੇ ਹਨ। ਕੇਤਕ ਦੇਣ ਦਿਨ ਨਾਹਿਨ ਮਾਨੀ ਅਬ ਮੇਰੇ ਪਰ ਕੁਛ ਕਰੀ ਸਾਨੀ। ਪਹਿਲਾਂ ਤਾਂ ਮਾਤਾ ਪੰਜਾਬ ਕੌਰ ਨੇ ਉਹਨਾਂ ਦੀ ਗੱਲ ਨਹੀਂ ਮੰਨੀ, ਪਰ ਹੁਣ ਲੱਗਦਾ ਹੈ ਮਾਤਾ ਪੰਜਾਬ ਕੌਰ ਵੀ ਮੇਰੇ ਐਂਟੀ ਹੋ ਗਈ ਆ। ਗੱਲਾਂ ਸੁਣ ਸੁਣ ਕੇ ਚੁਗਲੀਆਂ ਕਰ ਕਰਕੇ ਉਹਨੂੰ ਮੇਰੇ ਖਿਲਾਫ ਕਰ ਦਿੱਤਾ ਹੈ। ਗਹਿ ਹੇਤ ਤਕਾਵਤ ਰਹੀ ਹੋਏ ਨੇ ਸੰਗ ਗਹਾਇਓ ਨਹੀਂ। ਔਰ ਮੈਨੂੰ ਉਹ ਤਾਂ ਮਰਵਾਉਣ ਤੇ ਉਤਰ ਆਈ ਹੈ ਲੱਗਦਾ ਮਹਾਰਾਜ, ਪਰ ਨਿਸ਼ੰਗ ਉਹ ਮੈਨੂੰ ਫੜਵਾ ਨਹੀਂ ਸਕੀ। ਮੁਝ ਸੁਧ ਭਈ ਰਾਤ ਕੋ ਜਬੈ ਪੰਜ ਰਜਪਣ ਧਰ ਧਰ ਤਬੈ। ਤੇ ਬਾਦਸ਼ਾਹ ਮੈਨੂੰ ਜਦੋਂ ਪਤਾ ਲੱਗਿਆ ਵੀ ਇਹਨਾਂ ਨੇ ਚੁਗਲੀਆਂ ਕਰਕੇ ਪੰਜਾਬ ਕੌਰ ਨੂੰ ਰਾਮ ਰਾਏ ਦੀ ਘਰਵਾਲੀ ਨੂੰ ਮੇਰੇ ਐਂਟੀ ਕਰ ਦਿੱਤਾ ਹੈ, ਤੇ ਉਹ ਕੱਲ ਨੂੰ ਹੋ ਸਕਦਾ ਮੈਨੂੰ ਮਰਵਾ ਦੇਵੇ। ਮੈਂ ਤਾਂ ਉੱਥੇ 5 ਰੁਪਏ ਮੱਥਾ ਟੇਕ ਕੇ ਰਾਤ ਨੂੰ ਮਸਤਕ ਟੇਕ ਤੁਰਤ ਚੜ ਆਇਓ ਰਹਿਣ ਆਪ ਕੇ ਨਿਕਟ ਤਕਾਇਓ। ਤੇ ਮਹਾਰਾਜ ਮੈਂ ਤਾਂ ਫਿਰ ਉੱਥੋਂ ਚੱਲ ਕੇ ਤੁਹਾਡੀ ਸ਼ਰਨ ਲਈ
ਬਈ ਗੁਰੂ ਗੋਬਿੰਦ ਸਿੰਘ ਜੀ ਕੋਲ ਚੱਲਦੇ ਆ, ਉੱਥੇ ਭਾਵੇਂ ਜਾਨ ਬਚ ਜਾਵੇ। ਆਏ ਸਮੀਪ ਸੁਣੀ ਸੁਦੇਹਾ ਬੀਤੈ ਮਾਰਮ ਸੰਦਨ ਮਹਾ। ਤੇ ਫਿਰ ਪਰਾਂ ਕਿਉਂ ਮੁੜ ਗਏ ਸੀ? ਕਹਿੰਦੇ ਮਹਾਰਾਜ ਜਦੋਂ ਅਸੀਂ ਇੱਧਰ ਆਏ ਨਾ ਤੁਹਾਡੇ ਵੱਲ, ਤੇ ਸਾਨੂੰ ਪਤਾ ਲੱਗਿਆ ਵੀ ਤੁਸੀਂ ਵੀ ਕਈ ਮਸੰਦਾਂ ਨੂੰ ਸਜ਼ਾਵਾਂ ਦਿੱਤੀਆਂ ਇੱਥੇ ਵੀ। ਰਾਮ ਰਾਏ ਕੇ ਪਾਸੇ ਤੁਮ ਸਮਤਾ ਕੇ ਬਾਗ ਪ੍ਰਕਾਸ਼ੇ। ਮਹਾਰਾਜ ਪਹਿਲਾਂ ਮੈਂ ਰਾਮ ਰਾਏ ਦੇ ਕੋਲ ਤੁਹਾਡੀ ਬਰਾਬਰੀ ਦੇ ਬਚਨ ਕਹੇ ਸੀ। ਕਦੋਂ? ਜਦੋਂ ਰਾਮ ਰਾਏ ਕਹਿੰਦਾ ਸੀ ਯਾਰ ਗੁਰੂ ਗੋਬਿੰਦ ਸਿੰਘ ਇੱਧਰ ਆ ਗਏ, ਕਿਤੇ ਪਿਛਲਾ ਵੈਰੀ ਨਾ ਕੱਢ ਲੈਣ। ਸਾਡੇ ਵੱਡੇ ਧੀਰਮਲ ਨੇ ਇਹਨਾਂ ਦੇ ਪਿਤਾ ਤੇ ਗੋਲੀ ਚਲਾਤੀ ਸੀ। ਉਦੋਂ ਮੈਂ ਕਿਹਾ ਸੀਗਾ ਨਾ ਵੀ ਫਿਰ ਕੀ ਹੋ ਗਿਆ, ਆਪਣਾ ਭਾਈ ਆ ਤਾਰਾ, ਉਹਦੇ ਤੀਰ ਕਮਾਨ ਵੀ ਬੜੇ ਭਿਆਨਕ ਹੈ, ਆਪਾਂ ਉਸ ਦੀ ਲੜਾਈ ਕਰਵਾ ਦੇਵਾਂਗੇ। ਅਤਹ ਤੀਰ ਤਾਰਾ ਮਮ ਭਾਈ ਮੇਰ ਜਮਨਾ ਤੁਮ ਬਾਤ ਚਲਾਏ। ਤੇ ਜਮਨਾ ਦੇ ਕਿਨਾਰੇ ਤੇ ਤੁਸੀਂ ਉਹ ਸਾਡੀ ਗੁੱਝੀ ਗੱਲ ਸਮਝ ਲਈ ਸੀ। ਤੁਸੀਂ ਕਿਹਾ ਸੀ ਨਾ ਜਮਨਾ ਕਿਨਾਰੇ ਖੜਿਆ ਨੇ ਕਿ ਲਿਆ ਤੇਰੇ ਤਾਰੇ ਭਾਈ ਨੂੰ, ਕਿੱਥੇ ਆ, ਤੀਰਾਂ ਦਾ ਮੁਕਾਬਲਾ ਹੀ ਕਰਕੇ ਦੇਖ ਲਈਏ। ਕਰ ਡਾਰੇ ਉਰਤਾਰਾ ਬਿਨਾ ਮੇਰੇ ਜੋ ਕਰੋ ਸਿਧਾਰਾ। ਤੋ ਇਸ ਕਰਕੇ ਮੈਂ ਸੋਚਿਆ ਕਿ ਤੇ ਉਹ ਗੱਲ ਯਾਦ ਕਰਕੇ ਮੈਨੂੰ ਵੀ ਨਾ ਮਰਵਾ ਦੇਣ ਮਹਾਰਾਜ। ਮੈਂ ਤਾਂ ਉੱਥੋਂ ਹੀ ਇੱਧਰ ਨੂੰ ਮੁੜ ਪਿਆ। ਫਿਰ ਆਪ ਹਕਾਰ ਦਰਸ਼ਕੋ ਦੀਨਾ ਹੇ ਪ੍ਰਭੂ ਮਹਾਰਾਜ ਅਸੀਂ ਤਾਂ ਆਏ ਡਰ ਗਏ ਸੀਗੇ, ਤੁਸੀਂ ਸਾਨੂੰ ਬੁਲਾ ਕੇ ਦਰਸ਼ਨ ਦਿੱਤੇ ਹਨ। ਪਾਤਸ਼ਾਹ ਹੱਸ ਕੇ ਕਹਿੰਦੇ ਉਹ ਗੁਰਦਾਸ, ਇਹਦਾ ਨਾਮ ਗੁਰਦਾਸ ਹੈ। ਮਾਮਾ ਭਾਈ ਗੁਰਦਾਸ ਜੀ ਪੰਜਵੇਂ ਪਾਤਸ਼ਾਹ ਜੀ ਦੇ ਮਾਮਾ ਜੀ ਸਨ, ਜਿਨ੍ਹਾਂ ਨੇ ਵਾਰਾਂ ਲਿਖੀਆਂ। ਇਹ ਗੁਰਦਾਸ 10ਵੇਂ ਪਾਤਸ਼ਾਹ ਜੀ ਵੇਲ ਹੋਇਆ, ਜਿਨ੍ਹਾਂ ਨੇ ਕਿ ਭਾਈ ਗੁਰਦਾਸ ਦੀਆਂ ਵਾਰਾਂ 40 ਹਨ ਤੇ 41ਵੀਂ ਵਾਰ ਸ਼ਾਇਦ ਫਿਰ ਇਹਨਾਂ ਨੇ ਸਿਫਤ ਕਰਦਿਆਂ ਹੋਇਆਂ ਲਿਖੀ ਹੈ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ, ਮੈਂ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ। ਇਹ ਗੁਰਦਾਸ ਨੂੰ ਹੱਸਦੇ ਹੋਏ ਪਾਤਸ਼ਾਹ ਕਹਿੰਦੇ ਫਿਕਰ ਨਾ ਕਰ ਯਾਰ, ਤੁਹਾਡੇ ਵੱਡੇ ਤਾਂ ਗੁਰੂ ਘਰ ਦੇ ਵੱਡੇ ਸਿੱਖ ਹੋਏ ਨੇ, ਭਾਈ ਬਹਿਲੋ, ਭਾਈ ਸਾਲੋ ਵਰਗੇ। ਭਾਈ ਪਾਦ ਬਹਿਲੋ ਲੈ ਗੁਰ ਤੇ ਇਸ ਘਰ ਕੇ ਸੇਵਕ ਤੁਮ ਧੁਰਤੇ। ਔਰ ਪੰਜਵੇਂ ਪਾਤਸ਼ਾਹ ਨੇ ਭਾਈ ਬਹਿਲੋ ਨੂੰ ਭਾਈ ਦਾ ਤਖੱਲਸ ਦਿੱਤਾ। ਤੇ ਭਾਈ ਕਹਾਉਣਾ ਕੋਈ ਸੌਖੀ ਜੀ ਗੱਲ ਨਹੀਂ, ਜਿਸ ਨੂੰ ਗੁਰੂ ਬਰਾਬਰੀ ਦੇ ਦੇਣ। ਜਿਸ ਤਰ੍ਹਾਂ 9ਵੇਂ ਪਾਤਸ਼ਾਹ ਜੀ ਦੇ ਸੀਸ ਲਿਆਉਣ ਵਾਲੇ ਸਿੱਖ ਨੂੰ ਸਤਿਗੁਰਾਂ ਨੇ ਗਲਵਕੜੀ ਵਿੱਚ ਲੈ ਕੇ ਕਿਹਾ ਸੀਗਾ ਕਿ ਤੂੰ ਤਾਂ ਮੇਰਾ ਭਾਈ ਹੈ। ਕਹੋ ਸਤਨਾਮ, ਪੁੱਤਰਾਂ ਵਾਲਾ ਕੰਮ ਤੂੰ ਕਰਕੇ ਆਇਆ ਜਿਹੜਾ ਪੁੱਤਰ ਨੂੰ ਕਰਨਾ ਚਾਹੀਦਾ ਹੈ। 9ਵੇਂ ਪਾਤਸ਼ਾਹ ਜੀ ਦਾ ਸੀਸ ਲੈ ਕੇ ਆਇਆ। ਚਲੋ ਇਹਦੀ ਸੰਭਾਲ ਹੋ ਗਈ ਤੇ ਧੜ ਦੀ ਸੰਭਾਲ ਜਿਹੜੀ ਉੱਥੇ ਲੱਖੀ ਸ਼ਾਹ ਬੰਜਾਰੇ ਨੇ ਕਰ ਲਈ। ਤਾਂ ਰੰਗਰੇਟੇ ਗੁਰੂ ਕੇ ਬੇਟੇ ਕਹਿ ਕੇ ਉਹਨਾਂ ਨੂੰ ਬਖਸ਼ਿਸ਼ ਕੀਤੀ ਸੀ ਬਾਬਾ ਜੀਵਨ ਸਿੰਘ, ਬਾਬਾ ਜੈਤਾ ਸਿੰਘ ਜੀ ਹੋਰਾਂ ਨੂੰ। ਖੈਰ ਮਨੋਬਿਰਤੀਆਂ ਉੱਥੇ ਰੱਖੀਏ। ਪਾਤਸ਼ਾਹ ਕਹਿੰਦੇ ਉਹ ਤੁਹਾਨੂੰ ਤਾਂ ਭਾਈ ਕੀ ਪਦਵੀ ਮਿਲੀ ਹੈ ਪੰਜਵੇਂ ਪਾਤਸ਼ਾਹ ਤੋਂ। ਰੋਜ਼ ਰਜਤਪਣ ਕੀਨੋ ਦੋਏ ਰਾਖ ਲਿਓ ਆਪਣੇ ਢਿਗ ਸੋਏ। ਤੂੰ ਸਾਡੇ ਕੋਲ ਰਿਹਾ, ਡਰ ਨਾ, ਤੈਨੂੰ ਖਰਚਾ ਵੀ ਦਿਆ ਕਰਾਂਗੇ ਰੋਜ਼ਾਨਾ 2 ਰੁਪਏ ਚਾਂਦੀ ਦੇ। ਸੰਗਤ ਆਈ ਨਮਕੀਨ ਸੁਧ ਬੈਠ ਬਤਾਈ। ਇਉਂ ਇਹ ਭਾਈ ਗੁਰਦਾਸ ਜਿਹੜਾ ਹੈ ਰਾਮ ਰਾਏ ਦਾ ਮਸੰਦ ਸੀਗਾ, ਹੁਣ 10ਵੇਂ ਪਾਤਸ਼ਾਹ ਜੀ ਕੋਲ ਆ ਗਿਆ ਹੈ, ਰਹਿਣ ਲੱਗਿਆ। ਅਗਲਾ ਦਿਨ ਚੜ੍ਹਿਆ, ਕੁਝ ਸੰਗਤ ਆਈ ਹੈ, ਕੁਝ ਸੇਵਕ ਆਏ ਹਨ। ਗ੍ਰਾਮ ਬਜਰੂੜ ਮਹਾਨਾ ਸਤਿਗੁਰ ਸੰਗ ਬੈਰ ਤਿਨ ਠਾਨਾ। ਔਰ ਸੰਗਤ ਨੇ ਆ ਕੇ ਦੱਸਿਆ ਮਹਾਰਾਜ ਆਪਣੇ ਨੇੜੇ ਪਿੰਡ ਆ ਬਜਰੂੜ, ਤੇ ਬਜਰੂੜ ਦੇ ਜਿਹੜੇ ਲੋਕ ਹਨ ਉਹ ਆਪ ਜੀ ਨਾਲ ਦੁਸ਼ਮਣੀ ਰੱਖਦੇ ਹਨ। ਆਵਤ ਪਿਖ ਸੰਗਤ ਸਮੁਦਾਏ ਸਰਦਾ ਨਿਕਟ ਧਾਏ ਗਵਾਏ। ਔਰ ਜਦੋਂ ਸੰਗਤ ਆ ਰਹੀ ਸੀਗੀ ਦਰਿਆ ਦੇ ਕੋਲੋਂ ਭੱਜ ਕੇ ਅੱਗੇ ਆਏ। ਲੂਟਿਓ ਮਾਰਗ ਕਰ ਬਲ ਭਾਰਾ ਛੀਨ ਵਸਤ ਕੇ ਤਤ ਕੋ ਮਾਰਾ। ਔਰ ਉਹਨਾਂ ਨੇ ਨਾਲੇ ਤਾਂ ਸਾਨੂੰ ਲੁੱਟ ਲਿਆ ਤੇ ਨਾਲੇ ਸਾਡੇ ਕਈ ਬੰਦੇ ਮਾਰ ਕੇ ਦਰਿਆ ਵਿੱਚ ਵੀ ਸਿੱਟ ਦਿੱਤੇ ਹਨ। ਅਸੀਂ ਬਥੇਰਾ ਵਾਸਤਾ ਪਾਇਆ ਵੀ ਤੁਸੀਂ ਆਪਣੀ ਜਾਨ ਬਚਾਓ, ਜੇ ਗੁਰੂ ਸਾਹਿਬ ਆ ਗਏ
ਤਾਂ ਤੁਹਾਨੂੰ ਛੱਡਣਾ ਨਹੀਂ। ਪਰ ਉਹਨਾਂ ਨੇ ਸਾਡੀ ਗੱਲ ਨਹੀਂ ਮੰਨੀ ਜੀ। ਪਾਤਸ਼ਾਹ ਕਹਿੰਦੇ ਕੋਈ ਗੱਲ ਨਹੀਂ, ਲੱਗਦਾ ਉਹਨਾਂ ਦੀ ਵੀ ਮੌਤ ਆਈ ਆ ਹੁਣ। ਇੱਕ ਦੋਏ ਦਿਨ ਅੰਤਰ ਕੋ ਪਾਏ, ਗੁਰੂ ਆ ਢੂੰਡਣ ਕੋ ਫਰਮਾਏ। 2 ਦਿਨਾਂ ਬਾਅਦ ਪਾਤਸ਼ਾਹ ਸਿੰਘਾਂ ਨੂੰ ਕਹਿੰਦੇ ਵੀ ਨਗਾਰਾ ਫਿੱਟ ਕਰੋ ਤੇ ਚਲੋ ਚੱਲੀਏ। ਬਾਜ ਉਠਿਓ ਰਣਜੀਤ ਨਗਾਰਾ, ਬੰਬ ਸਿੰਘਣ ਕੈ ਤਿਆਰਾ। ਔਰ ਨਗਾਰੇ ਤੇ ਚੋਟ ਲੱਗੀ, ਸਿੰਘਾਂ ਨੇ ਨਾਲ ਤਿਆਰੀ ਖਿੱਚ ਲਈ ਆ ਸਤਿਗੁਰਾਂ ਦੇ। ਹੈ ਕਰ ਜੀਨ ਪਾਈ ਕਰ ਤਬੈ, ਚਲੇ ਜਿਤਕ ਪੈਦਲ ਤੇ ਸਭੈ। ਔਰ ਪਾਤਸ਼ਾਹ ਆਪਣੀ ਫੌਜ ਨੂੰ ਲੈ ਕੇ, ਕੋਈ ਘੋੜ ਸਵਾਰ ਹੈ, ਕੋਈ ਪੈਦਲ ਹੈਗੇ ਹਨ, ਇਹ ਸਾਰੀ ਫੌਜ ਲੈ ਕੇ ਬਜਰੂੜ ਵੱਲ ਚੱਲ ਪਏ। ਘਰ ਸ਼ਮਸ਼ੇਰ ਹੋਏ ਸ਼ਮਸ਼ੇਰ, ਕਸੀ ਕਮਰ ਗੈ ਤੁਪਕ ਕਨੇਰ। ਔਰ ਗਾਤਰੇ ਵੱਡੀ ਸ਼ਮਸ਼ੇਰ ਪਾ ਕੇ ਸ਼ੇਰ ਦੀ ਤਰ੍ਹਾਂ ਜੋਧੇ ਗੁਰੂ ਪਿਆਰੋ ਕਮਰ ਕਸਾ ਕਰਕੇ ਬੰਦੂਕਾਂ ਲੈ ਕੇ ਸ਼ਸਤਰ ਲੈ ਕੇ ਚੱਲ ਪਏ ਗੁਰੂ ਸਾਹਿਬ ਦੇ ਨਾਲ। ਗੁਰੂ ਖੇਰ ਬਹਾਨਾ, ਹਮੂ ਬਿਰੰਦ ਜੁਤ ਕੈ ਪ੍ਰਤਸਾਨਾ। ਔਰ ਸ਼ਿਕਾਰ ਖੇਡਣ ਦਾ ਬਹਾਨਾ ਬਣਾ ਕੇ ਸਤਿਗੁਰੂ ਫੌਜ ਨੂੰ ਲੈ ਕੇ ਅਨੰਦਪੁਰ ਤੋਂ ਚਾਲੇ ਪਾ ਦਿੱਤੇ ਜੀ। ਪਾਰ ਉਤਰ ਕਰ ਫਿਰੇ, ਸਹਿਜ ਸੁਭਾਏ ਫੇਰਾ ਕਰੇ। ਔਰ ਸਤਲੁਜ ਦਰਿਆ ਨੂੰ ਪਾਰ ਕਰਕੇ ਪਰਲੇ ਪਾਸੇ ਜਿੱਧਰ ਬਜਰੂੜ ਪਿੰਡ ਸੀਗਾ, ਉੱਥੇ ਪਾਤਸ਼ਾਹ ਜੀ ਸਹਿਜ ਸੁਭਾਅ ਵਿਚਰਨ ਲੱਗੇ। ਇਤੇ ਉਤ ਵਿਚਤਰਕ ਪਹੁੰਚੇ ਤਹਾਂ, ਦੁਸ਼ਟ ਬਜਰੂੜ ਵਿਰਾਮ ਥੋ ਜਹਾਂ। ਇਉਂ ਸ਼ਿਕਾਰ ਖੇਡਦੇ ਖੇਡਦੇ ਬਜਰੂੜ ਪਿੰਡ ਦੇ ਕੋਲ ਪਹੁੰਚ ਗਏ ਜੀ। ਹੋਏ ਕਰ ਮਾਰੋ ਮਾਰੀ, ਔਰੜ ਪਰੇ ਵੀਰੇ ਕਬਾਰੀ। ਇਸ ਤਰ੍ਹਾਂ ਯੋਧਿਆਂ ਨੇ ਫਿਰ ਇਹਨਾਂ ਲੋਕਾਂ ਤੇ ਹਮਲਾ ਕਰ ਦਿੱਤਾ ਹੈ। ਗੁਜਰ ਆੜ ਰੰਗੜ ਦਵੈ ਜਾਤੀ, ਜਾਣਿਓ ਜਗੈ ਹੋਤ ਭੇ ਘਾਤੀ। ਔਰ ਇਹ ਬਜਰੂੜ ਦੇ ਵਿੱਚ ਗੁੱਜਰ ਤੇ ਰੰਗੜ ਰਹਿੰਦੇ ਸਨ। ਇਹ ਲੁਟੇਰਿਆਂ ਦਾ ਗੁਰੂ ਪਿਆਰਿਓ ਪਿੰਡ ਸੀਗਾ, ਔਰ ਇਹ ਆਪਣੇ ਆਪ ਨੂੰ ਬੜਾ ਤਕੜਾ ਸਮਝਦੇ ਸੀ। ਸਤਿਗੁਰਾਂ ਨੇ ਜਾ ਕੇ ਇਹਨਾਂ ਤੇ ਹਮਲਾ ਕਰ ਦਿੱਤਾ। ਜਦੋਂ ਇਹਨਾਂ ਦੇ ਕਈ ਲੋਕ ਵੱਢੇ ਗਏ, ਗਹਿ ਗਹਿ ਸ਼ਾਸਤਰ ਬਣੇ ਸੰਵਿਧਾਨਾ, ਚੜੇ ਸਦਨ ਜੇ ਹੋਤੇ ਮਹਾਨਾ। ਔਰ ਗੁਰੂ ਪਿਆਰਿਓ ਇਹਨਾਂ ਨੇ ਲੜਾਈ ਕਰਨੀ ਸ਼ੁਰੂ ਕੀਤੀ। ਉਤੋ ਗਰਾਮ ਨਹਿ ਦੁਰਗ ਛੁਟੇਰਾ, ਜਾਏ ਪਰਵੇਸੇ ਬਹੁਤ ਸਬੇਰਾ। ਔਰ ਕਈ ਉੱਥੇ ਕਿਲੇ ਦੇ ਵਿੱਚ ਵੜ ਗਏ। ਛੋਟਾ ਜਿਹਾ ਕਿਲਾ ਬਣਾਇਆ ਸੀ ਇਹਨਾਂ ਨੇ ਜੰਗ ਕਰਨ ਲਈ, ਕਈ ਉਹਦੇ ਵਿੱਚ ਜਾ ਵੜੇ ਜੀ। ਕਰਕੇ ਤਰਕਾਈ, ਛੁੱਟੀ ਤੋਂ ਪਕ ਗਣ ਮਚੀ ਲਗਾਈ। ਔਰ ਇਹਨਾਂ ਨੇ ਮੋਰਚੇ ਬਣਾ ਕਰਕੇ ਬੰਦੂਕਾਂ ਚਲਾਉਣੀਆਂ ਸ਼ੁਰੂ ਕੀਤੀਆਂ। ਭਾਰ ਬਰੂਦ ਮੁਸਲਣ ਕੋ ਡਲ ਹੈ, ਠੋਕਤ ਗੋਤਾ ਬਜਾ ਨਿਕਲ ਹੈ। ਅੱਜ ਕੱਲ ਤਾਂ ਰੌਂਦ ਬਣ ਗਏ, ਪਹਿਲਾਂ ਬਰੂਦ ਹੱਥਾਂ ਨਾਲ ਹੀ ਭਰਿਆ ਜਾਂਦਾ ਸੀ, ਫਿਰ ਠੋਕ ਕੇ ਉਹਨੂੰ ਪਿੱਛੋਂ ਅੱਗ ਲਾ ਦਿੱਤੀ ਜਾਂਦੀ। ਬੰਦੂਕਾਂ ਭਰਦੇ ਆ ਤੇ ਚਲਾ ਰਹੇ ਨੇ। ਸੀਗਰ ਕਲਾ ਪਰ ਜੋੜਾ ਤੋੜੇ, ਧਰੈ ਬਲੀ ਤੇ ਪਰ ਕੁਛ ਮੋੜੇ। ਇਉਂ ਬੰਦੂਕਾਂ ਚਲਾਉਣ ਲੱਗੇ ਬੜੀ ਤੇਜ਼ੀ ਨਾਲ। ਦਸ ਤਰਵਾ ਕਰ ਚੂਰਨ ਤਾਕੈ, ਧੁਖਤ ਉੱਠੈ ਤਤਕਾਲ ਤੜਾਕੈ। ਔਰ ਇਸ ਤਰ੍ਹਾਂ ਗੋਲੀ ਨੂੰ ਛੱਡ ਕੇ ਤੁਰਤ ਵੇਖਦੇ ਸਨ ਤੇ ਇਹ ਤਾੜ ਤਾੜ ਕਰਦੀਆਂ ਗੋਲੀਆਂ ਉਹ ਕਿਲੇ ਵਿੱਚੋਂ ਚਲਾਉਣ ਲੱਗੇ। ਗੋਰੀ ਫੋੜ ਸਰੀਰੰ, ਨਿਕਸਤ ਸਰੋਨਤ ਭੀਗਤ ਚੀਰੰ। ਇਸ ਤਰ੍ਹਾਂ ਉਹਨਾਂ ਦੀਆਂ ਗੋਲੀਆਂ ਜਿਹੜੀਆਂ ਹਨ ਆ ਕੇ ਵੱਜਣ ਲੱਗੀਆਂ ਜੀ। ਹੋਏ ਘਾਇਲ ਘਾਵਣ ਪਬ ਕੰਤੇ, ਇੱਕ ਘੁੰਮਤ ਇੱਕ ਪ੍ਰਾਣ ਤਜੰਤੇ। ਔਰ ਕਈ ਘਾਇਲ ਹੋ ਰਹੇ ਹਨ ਤੇ ਕਈ ਪ੍ਰਾਣ ਤਿਆਗ ਰਹੇ ਹਨ। ਇੱਕ ਭੀਖਣ ਇੱਕ ਹੋਵਤ ਭੀਰ, ਦਬ ਕੇ ਕਸ਼ੋਰ ਕਰ ਤੀਰ। ਕਈ ਲੁਕ ਲੁਕ ਕੇ ਬਚਨਾ ਕਰਦੇ ਹਨ ਤੇ ਕਈ ਭਿਆਨਕ ਜੰਗ ਕਰਨ ਨੂੰ ਤਿਆਰ ਹਨ। ਸਿੰਘਨ ਵਹਿਰ ਚੁਗਿਰਦਾ ਘੇਰਾ, ਕਾਲ ਕਾਲ ਕਸਮਾਨ ਕਨੇਰਾ। ਸਿੰਘਾਂ ਨੇ ਬਜਰੂੜ ਪਿੰਡ ਨੂੰ ਫਿਰ ਘੇਰਾ ਪਾ ਲਿਆ, ਇਹਨਾਂ ਦੇ ਕਿਲੇ ਤੱਕ ਪਹੁੰਚ ਗਏ। ਘੇਰ ਘੇਰ ਘੋਰਨ ਤੇ ਘਣੇ, ਤਾਕ ਤਾਕ ਤੁਮ ਕਨ ਤੇ ਹਣੇ। ਇਉਂ ਘੇਰਾ ਪਾ ਕੇ ਉਸ ਕਿਲੇ ਤੱਕ ਪਹੁੰਚ ਗਏ ਜਿੱਥੇ ਇਕੱਠੇ ਹੋਏ ਹਨ।
ਔਰ ਇਹਨਾਂ ਨੇ ਬੰਦੂਕਾਂ ਚਲਾ ਕੇ ਕਈਆਂ ਨੂੰ ਮਾਰਨਾ ਕੀਤਾ ਹੈ ਜੀ। ਪੈਦਲ ਚਮੂ ਗੁਰੂ ਕੀ ਆਈ ਭਈ ਨਿਕਟ ਵੱਡ ਮਾਰ ਮਚਾ। ਜਿਹੜੀ ਪੈਦਲ ਫੌਜ ਹੈ ਉਹ ਨੇੜੇ ਪਹੁੰਚ ਗਈ। ਇਹਨਾਂ ਨੇ ਵੀ ਕਾਫੀ ਗੁੱਜਰਾਂ ਰੰਗੜਾਂ ਨੂੰ ਮਾਰਨਾ ਕੀਤਾ ਹੈ। ਪ੍ਰਭ ਜੀ ਦੇਖਿਆ ਕਰੇ ਤਮਾਸ਼ਾ ਕਰ ਕਰ ਓਜ ਦਿਖਾਵੇ ਦਾਸਾਂ। ਸਤਿਗੁਰੂ ਪਾਤਸ਼ਾਹ ਯੋਧਿਆਂ ਦੀ ਹੱਲਾ ਸ਼ੇਰੀ ਦਿੰਦੇ ਹੋਏ ਯੋਧਿਆਂ ਨੂੰ ਲੜਦੇ ਦੇਖ ਰਹੇ ਹਨ। ਏਲਾ ਕਰਕੇ ਮਾਰੋ ਮਾਰਾ ਜਾਇ ਪਰ ਐਸੇ ਗ੍ਰਾਮ ਮਝਾਰਾ। ਇਸ ਤਰ੍ਹਾਂ ਹੱਲਾ ਕਰਕੇ ਮਾਰੋ ਮਾਰ ਕਰਦੇ ਸਿੰਘ ਜਿਹੜੇ ਸਨ ਇਹਨਾਂ ਦੇ ਪਿੰਡ ਵਿੱਚ ਕਿਲੇ ਤੱਕ ਪਹੁੰਚ ਗਏ। ਘਰ ਪਰ ਚਲਾ ਚਲਾਵੇ ਜਜ ਹੈ ਹਲੇ ਹਲਾਏ ਪਹੁੰਚ ਕਰ ਤਹਿ ਤਹਿ। ਇਸ ਕਰਕੇ ਕਈ ਜਿਹੜੇ ਸਨ ਘਰਾਂ ਦੇ ਉੱਤੇ ਚੜ ਗਏ। ਦਏ ਹਲਾਏ ਪਹੁੰਚ ਕਰ ਤਹਿ ਤਹਿ। ਜਿੱਥੇ ਖੜੇ ਸੀ ਉਹਨਾਂ ਨੂੰ ਹਿਲਾ ਦਿੱਤਾ। ਗੁਜਰ ਰੰਗੜ ਲੈ ਲੈ ਆਟੋ ਕਸ ਕਸ ਤੁਪਕਣ ਤੱਕ ਤੱਕ ਛੱਡ। ਉਹ ਰੰਗੜ ਤੇ ਗੁੱਜਣ ਆਪਣੇ ਨਿਸ਼ਾਨੇ ਬਣਾ ਕੇ ਵਿੰਗੇ ਟੇਢੇ ਸਾਈਡਾਂ ਤੋਂ ਗੋਲੀਆਂ ਚਲਾ ਰਹੇ ਹਨ। ਇਨ ਕੋ ਅੰਗ ਕਿਤੋਂ ਦਿਖ ਜਾਏ ਤਤ ਸਿੰਘ ਗੁਲਕਾ ਲਗ ਹੋਏ ਕਾਏ। ਉਹ ਸਿੰਘਾਂ ਨੇ ਵੀ ਉਹਨਾਂ ਨੂੰ ਦੇਖ ਕੇ ਨਿਸ਼ਾਨੇ ਲਾਉਣੇ ਕੀਤੇ ਤੇ ਕਈ ਮਾਰ ਦਿੱਤੇ ਜੀ। ਸੀਸ ਜਨ ਹੱਡੀਆਂ ਮੋਰੀ ਰੁਪਏ ਸਿੰਘ ਤੱਕ ਮਾਰਤ ਗੋਰੀ। ਇਸ ਤਰ੍ਹਾਂ ਸਿੰਘ ਜੋਸ਼ ਵਿੱਚ ਆ ਕਰਕੇ ਗੁੱਸੇ ਵਿੱਚ ਆ ਕਰਕੇ ਗੋਲੀਆਂ ਚਲਾਉਂਦੇ ਹਨ ਤੇ ਇਹਨਾਂ ਦੇ ਸਿਰ ਘੜਿਆਂ ਦੀ ਨਿਆਈ ਫੁੱਟਣ ਲੱਗੇ। ਜੇ ਕੋਸਰ ਪਰ ਗ੍ਰਾਮ ਮਝਾਰੇ ਕੇਤਕ ਤੁਪਕਨ ਤੱਕ ਤੱਕ ਮਾਰੇ। ਕਈ ਕੋਠਿਆਂ ਤੇ ਚੜੇ ਹੋਏ ਹਨ, ਕਈ ਪਿੰਡ ਵਿੱਚ ਲੁਕੇ ਹੋਏ ਹਨ ਔਰ ਇਸ ਤਰ੍ਹਾਂ ਤਕੜੀ ਜੰਗ ਇਹਨਾਂ ਦੇ ਨਾਲ ਹੋਈ ਆ। ਕੇਤਕ ਭਾਜ ਘੜੀ ਮੈਂ ਬੜੇ ਬਹਿਰ ਨਾ ਜਮੇ ਪਾਏ ਕਿਤੇ ਅੜੇ। ਤੇ ਕਈ ਭੱਜ ਕੇ ਉਸ ਗੜੀ ਵਿੱਚ ਕਿਲੇ ਵਿੱਚ ਜਾ ਕੇ ਵੜ ਗਏ ਜਿੱਥੇ ਬਾਹਰ ਉਹਨਾਂ ਦੇ ਪੈਰ ਨਹੀਂ ਲੱਗੇ। ਕਰ ਕਰ ਟੋਟੇ ਰਹੀ ਟੁਕੇ ਦੁਰਗ ਚੁਗਰਦੇ ਫਿਰ ਕੂਕੇ। ਇਉਂ ਗੁਰੂ ਪਿਆਰਿਓ ਸਿੰਘ ਜਿਹੜੇ ਹਨ ਉਹਨਾਂ ਦੇ ਕਿਲੇ ਦੇ ਨੇੜੇ ਪਹੁੰਚ ਗਏ ਔਰ ਉਹਨਾਂ ਨੂੰ ਕੂਕਦੇ ਹੋਏ ਵੰਗਾਰ ਰਹੇ ਹਨ। ਚਤਰ ਕਟੀ ਲਗ ਤੜ ਪੜ ਸ਼ੋਰੀ ਜੋਰ ਜੋਰ ਪਕਾਏ ਨ ਫੋਰੀ। 4 ਘੜੀਆਂ 2 ਘੰਟੇ ਇਹ ਜੰਗ ਚੱਲਿਆ ਤੇ ਦੁਸ਼ਮਣਾਂ ਨੂੰ ਕਾਇਨ ਉਹਨਾਂ ਦੀ ਕਾਇਆ ਸਰੀਰ ਭੰਨ ਦਿੱਤੇ ਜੇ। ਕਈ ਮਰ ਗਏ, ਕਈ ਜ਼ਖਮੀ ਹੋ ਕੇ ਕਰਾ ਰਹੇ ਹਨ। ਸਿੰਘਣ ਜੰਗ ਪਿਖਿਆ ਗੁਰ ਸਾਚਾ ਜਤਾ ਗਰਜ ਕੋ ਅੱਜ ਬਤਮਾਚਾ। ਅੱਜ ਸਿੰਘਾਂ ਦਾ ਜੰਗ ਜਿਹੜਾ ਹੈ ਵੇਖ ਕਰਕੇ ਇਹ ਗੁੱਜਰ ਰੰਗੜ ਵੀ ਜਿਹੜੇ ਹੈਰਾਨ ਹਨ ਕਿ ਇਹਨਾਂ ਦੇ ਗਜਮ ਦਾ ਤਮਾਚਾ ਵੱਜਿਆ। ਰਾਮ ਸਗਰ ਘਰ ਘਰ ਮੈਂ ਬਰੇ ਟੁਕ ਟੁਕ ਦੁਰਗ ਢੇਗ ਕਰੇ। ਇਸ ਤਰ੍ਹਾਂ ਪਿੰਡ ਨੂੰ ਛੱਡ ਕੇ ਉਸ ਕਿਲੇ ਦੇ ਵਿੱਚ ਜਾ ਕੇ ਲੁਕਣ ਲੱਗੇ। ਹੁਣ ਚੱਲ ਹੈ ਬੰਦੂਕ ਨਾਕ ਵੱਢ ਉੱਠਿਓ ਬਰਕਤ ਗੁਲ ਕਾ ਜਨ ਧਨ ਉੱਠਿਓ। ਬੰਦੂਕਾਂ ਚੱਲਦੀਆਂ, ਗੋਲੀਆਂ ਦੀਆਂ ਆਵਾਜ਼ਾਂ ਆ ਰਹੀਆਂ ਹਨ। ਲੱਗੇ ਮੋਰਚੇ ਦੁਰਗ ਨਜੀਕੇ ਸ਼ਸਤਰ ਤਿਆਗੇ ਧੀਰਜ ਹਿਕੇ। ਇਉਂ ਸਿੰਘਾਂ ਨੇ ਕਿਲੇ ਦੇ ਕੋਲ ਜਾ ਕੇ ਮੋਰਚੇ ਲਾ ਲਏ। ਹੁਣ ਬਾਹਰ ਨਿਕਲਣ ਜੋਗੇ ਨਹੀਂ ਸੀ। ਅਖੀਰ ਉਹਨਾਂ ਨੇ ਸ਼ਸਤਰ ਸਿੱਟ ਕੇ ਹੱਥ ਖੜੇ ਕਰ ਲਏ। ਕਲਗੀਧਰ ਪਾਤਸ਼ਾਹ ਜੀ ਨੇ ਘੋੜਾ ਫੇਰਦਿਆਂ ਹੋਇਆਂ ਆਪਣੇ ਮੁਖ ਤੋਂ ਕੀ ਕਿਹਾ? ਸਿੰਘੋ ਇਹਦੇ ਵਿੱਚ ਵੜੋ, ਗੜੀ ਦੇ ਇਸ ਕਿਲੇ ਦੇ ਵਿੱਚ ਵੜੋ, ਇਹਨਾਂ ਨੂੰ ਛੱਡਣਾ ਨਹੀਂ। ਹੁਣ ਇਹਨਾਂ ਦੁਸ਼ਟਾਂ ਨੂੰ ਖੰਡ ਖੰਡ ਕਰੋ ਔਰ ਕਿਲੇ ਨੂੰ ਮੰਡਣਾ ਕਰੋ ਤੇ ਇਹਨਾਂ ਨੂੰ ਬਾਹਰ ਕੱਢੋ। ਇਸ ਤਰ੍ਹਾਂ ਗੁਰੂ ਦਾ ਹੁਕਮ ਮੰਨ ਕੇ ਸਿੰਘਾਂ ਨੇ ਉਸ ਕਿਲੇ ਦੇ ਵਿੱਚ ਵੜਨਾ ਕੀਤਾ ਹੈ। ਗੁੱਜਰਾਂ ਰੰਗੜਾਂ ਨੂੰ ਮਾਰਦੇ ਹੋਏ ਸਿੰਘ ਉਸ ਗੜੀ ਦੇ ਗੇਟ ਤੇ ਪਹੁੰਚ ਗਏ ਹਨ। ਇਉਂ ਨੇੜੇ ਪਹੁੰਚ ਗਏ ਹਨ ਗੜੀ ਦੇ ਗੇਟ ਦੇ
ਤੇ ਤੁਰਕਨ ਕੋ ਧੀਰਜ ਔਰ ਹੱਲਾ, ਇਹਨਾਂ ਤੁਰਕਾਂ ਨੂੰ ਫਿਰ ਪਾਤਸ਼ਾਹ ਜੀ ਨੇ ਹਿਲਾ ਦਿੱਤਾ ਸਿੰਘਾਂ ਨੇ। ਅੰਤਰ ਬਰੇ ਕਤਲ ਕੋ ਕਰੋ, ਅਰੈ ਨਾ ਹਮਰੇ ਕੋ ਬਹਿਰ ਨਾ ਦਰਾ। ਪਾਤਸ਼ਾਹ ਜੀ ਕਹਿੰਦੇ ਇਹਨਾਂ ਨੂੰ ਛੱਡਣਾ ਨਹੀਂ, ਹੁਣ ਇਹਨਾਂ ਨੂੰ ਵੱਢ ਦਿਓ ਅੰਦਰ ਜਾ ਕੇ। ਕੀਤੀ ਮਰਬੇ ਕਹੋ ਡਰ ਧਰ ਕੈ, ਸਜਾ ਜੋਜੇ ਮਸਲਤ ਕਰ ਕੈ। ਅਖੀਰ ਇਹ ਜਿਹੜੇ ਬਚੇ ਖੋਚੇ ਸਨ ਅੰਦਰ, ਇਹਨਾਂ ਗਿੱਦੜਾਂ ਨੇ ਲੜਾਈ ਛੱਡ ਦੇਣ ਦੀ ਵਿੱਚ ਹੀ ਆਪਣੀ ਭਲਾ ਸਮਝਿਆ। ਵੇਖੋ ਹੱਲਾ ਪੱਲਾ ਤਬ ਫੇਰਾ, ਪ੍ਰਭ ਜੀ ਤਜੋ ਗ੍ਰਾਮ ਲਿਖ ਚੇਰਾ। ਔਰ ਇਹਨਾਂ ਨੇ ਚਿੱਟਾ ਕੱਪੜਾ ਘੁਮਾ ਕੇ ਕਿਹਾ, ਮਹਾਰਾਜ ਸਾਨੂੰ ਬਖਸ਼ ਦਿਓ ਆਪਣਾ ਪਿੰਡ ਜਾਣ ਕੇ। ਹਟੀ ਬੰਦੂਕ ਛੁੱਟਣ ਤੇ ਜਬੈ, ਕਹਿ ਕਰ ਵਹਿਰ ਨਿਕਾਸੇ ਤਬੈ। ਪਾਤਸ਼ਾਹ ਜੀ ਨੇ ਰੋਕ ਦਿੱਤਾ ਸਿੰਘਾਂ ਨੂੰ ਫਿਰ ਹਮਲਾ ਕਰਨ ਤੋਂ, ਤੇ ਜਿਹੜੇ ਬਚੇ ਉਹਨਾਂ ਨੂੰ ਕਿਲੇ ਚੋਂ ਬਾਹਰ ਕੱਢਿਆ ਹੈ ਜੀ। ਸਭ ਕੇ ਸ਼ਾਸਤਰ ਸ਼ੀਨ ਕਰ ਲੀਨੇ, ਜੋਰਤ ਕਰ ਜੀਵਤ ਤਜ ਦੀਨੇ। ਔਰ ਉਹਨਾਂ ਦੇ ਸ਼ਾਸਤਰ ਖੋਹ ਲਏ ਤੇ ਉਹਨਾਂ ਨੂੰ ਜਿਉਂਦੇ ਛੱਡ ਦਿੱਤਾ ਜੀ। ਜਿਹੜੇ ਸਤਿਗੁਰ ਬੈਠੇ ਤਾ ਬੈਠੇ ਤਰਛਾਇਆ, ਕਰਿਓ ਹੁਕਮ ਦੇਹੋ ਦੁਗਰ ਢਹਾਇਆ। ਔਰ ਪਾਤਸ਼ਾਹ ਜੀ ਸਿੰਘਾਂ ਨੂੰ ਕਹਿਣ ਲੱਗੇ ਇਹਨਾਂ ਦਾ ਕਿਲਾ ਢਾ ਦਿਓ। ਲਰਬੇ ਮਰਬੇ ਤੇ ਬਚ ਰਹੇ, ਸੋ ਸਭ ਸਿੰਘਨ ਘੇਰੇ ਰਦਹੇ। ਜਿਹੜੇ ਲੜਦੇ ਹੋਏ ਮਰਨ ਤੋਂ ਬਚ ਗਏ ਉਹਨਾਂ ਨੂੰ ਸਿੰਘਾਂ ਨੇ ਘੇਰ ਲਿਆ। ਕਹੀ ਦੁਹਾਕੇ ਦੇ ਕਰ ਹਾਥ, ਦਰਗ ਢਹਾਏ ਦੀਨ ਤਿਨ ਸਾਥ। ਕਹੀ ਗੰਧਾਲੇ, ਗੰਧਾਲਾ ਹੁੰਦਾ ਸੀਗਾ ਡੰਡੇ ਦੇ ਨਾਲ ਲੱਗੀ ਹੋਈ ਲੰਮੀ ਮੋਟੀ ਪੱਤੀ, ਕਹੀ ਤੇ ਗੰਧਾਲੇ ਦੇ ਕਰਕੇ ਉਹਨਾਂ ਲੋਕਾਂ ਤੋਂ ਹੀ ਉਹ ਕਿਲੇ ਦੀਆਂ ਕੰਧਾਂ ਢਵਾਈਆਂ, ਉਸ ਗੜੀ ਨੂੰ ਖਤਮ ਕਰਾਇਆ। ਕਰ ਮੈਦਾਨ ਦੀਨ ਤਤਕਾਲਾ, ਦੇਈ ਸਜਾਏ ਕਰਾਰ ਵਿਸਾਲਾ। ਇਉਂ ਮੈਦਾਨ ਬਣਾ ਦਿੱਤਾ ਹੈ, ਜਗ੍ਹਾ ਸਾਫ਼ ਕਰ ਦਿੱਤੀ ਆ, ਕਿਲਾ ਇਹਨਾਂ ਦਾ ਢਾ ਦਿੱਤਾ ਹੈ। ਐਸੀ ਭਿਆਨਕ ਸਜ਼ਾ ਇਹਨਾਂ ਵਜੂੜ ਵਾਲਿਆਂ ਨੂੰ ਦੇਣੀ ਕੀਤੇ ਜੀ। ਵਸਤ ਸਭ ਦੀਨ ਛਨਾਈ, ਜੀਵਤ ਮਿਲੇ ਬਿਨਾ ਬੋਗਾਈ। ਔਰ ਜਿਹੜੇ ਬਚ ਗਏ ਜਿਉਂਦੇ ਉਹਨਾਂ ਨੂੰ ਛੱਡ ਦਿੱਤਾ ਹੈ। ਇਸ ਤਰ੍ਹਾਂ ਉਹ ਬੇਨਤੀਆਂ ਕਰਕੇ ਛੁੱਟ ਗਏ। ਸ਼੍ਰੀ ਮੁਖ ਤੇ ਤਿਨ ਸੋ ਤਬ ਕਹਿਓ, ਸੰਗਤ ਕੋ ਸ਼ੀਨਨ ਕਹਿਓ ਚਾਹਿਓ। ਜਿਹੜੇ ਬਚੇ ਹਨ ਉਹਨਾਂ ਨੂੰ ਪਾਤਸ਼ਾਹ ਪੁੱਛਦੇ ਆ, ਤੁਸੀਂ ਸਾਡੀਆਂ ਸੰਗਤਾਂ ਨੂੰ ਕਿਵੇਂ ਲੁੱਟਣਾ ਕੀਤਾ? ਪਲਟੋ ਤੁਮ ਤੇ ਹਮ ਲੀਨੇ, ਭਏ ਦੀਨੇ ਅਬ ਛੋਰਨ ਕੀਨੇ। ਤੁਸੀਂ ਇਹ ਨਾ ਸਮਝੋ ਕਿ ਐਵੇਂ ਹਮਲਾ ਕਰ ਦਿੱਤਾ, ਅਸੀਂ ਕੱਲ ਪਰਸੋਂ ਸਾਡੀਆਂ ਸੰਗਤਾਂ ਲੰਘੀਆਂ ਸੀ ਇੱਥੋਂ, ਤੁਸੀਂ ਉਹਨਾਂ ਨੂੰ ਲੁੱਟਿਆ ਸੀਗਾ। ਜੋ ਆਬ ਕੋ ਕਰ ਹੀ ਅਪਰਾਧਾ, ਇਸ ਬਿਦ ਕੀ ਤੈ ਬਾਦਾ। ਇਸ ਕਰਕੇ ਜਿਹੜਾ ਏਦਾਂ ਦਾ ਅਪਰਾਧ ਫੇਰ ਕਰੇਗਾ ਏਦਾਂ ਦੀ ਸਜ਼ਾ ਮਿਲਣੀ ਆ। ਇਤਿਆਦਿਕ ਕੈ ਤਰਾਸ ਬਤਾਇਓ, ਦੁਰਗ ਕਤਿਕ ਕਰ ਸਹਿਤ ਕਮਾਇਓ। ਇਸ ਤਰ੍ਹਾਂ ਸਤਿਗੁਰਾਂ ਨੇ ਉਸ ਕਿਲੇ ਦੇ ਸਮੇਤ ਕਈ ਘਰ ਵੀ ਉਹਨਾਂ ਦੇ ਢਵਾ ਦਿੱਤੇ, ਭਾਵ ਉਹਨਾਂ ਨੂੰ ਇਹ ਦੱਸਿਆ ਕਿ ਗੁਰੂ ਕਾ ਖਾਲਸਾ, ਗੁਰੂ ਕੀਆਂ ਸਿੱਖ ਸੰਗਤਾਂ ਜਿਹੜੀਆਂ ਨੇ ਇਹਨਾਂ ਦਾ ਰਾਖਾ ਹੈ ਕੋਈ, ਇਹ ਐਵੇਂ ਨਹੀਂ ਹੈਗੀਆਂ। ਇਸ ਪ੍ਰਕਾਰ ਕਰ ਗ੍ਰਾਮ ਉਜਾਰਾ, ਬਚਿਓ ਦੀਨ ਹਵੈ ਨਤ ਸਭ ਸ਼ਾਮਾਰਾ। ਇਹ ਤਾਂ ਜਿਹੜਾ ਪੈਰੀ ਪੈ ਗਿਆ, ਸ਼ਰਨ ਚ ਪੈ ਗਿਆ, ਉਹ ਬਚ ਗਿਆ, ਨਹੀਂ ਤਾਂ ਜਿਹੜੇ ਅੜੇ ਸੋ ਝੜ ਗਏ। ਸਿੰਘ ਜੋ ਮਰੇ ਦਹਾ ਕਰਵਾਏ, ਘਾਇਲ ਹੁੰਦੇ ਸੰਗ ਚਵਾਏ। ਬਹੁਤੇ ਸਿੰਘ ਵੀ ਸ਼ਹੀਦ ਹੋ ਗਏ, ਉਹਨਾਂ ਦਾ ਸੰਸਕਾਰ ਕਰ ਦਿੱਤਾ। ਜਿਹੜੇ ਜ਼ਖਮੀ ਸੀ ਉਹਨਾਂ ਨੂੰ ਚੱਕ ਲਿਆਂਦਾ ਹੈ ਜੀ। ਗੁਜਰ ਰੰਗੜ ਸੈਂਕਰ ਮਾਰਾ, ਕਹਤੇ ਭਏ ਪ੍ਰਭੂ ਸਵਾਰਾ। ਇਉਂ ਸੈਂਕੜੇ ਹੀ ਗੁੱਜਰ ਤੇ ਰੰਗੜ ਵੀ ਮਾਰੇ ਗਏ। ਉਥੋਂ ਪਾਤਸ਼ਾਹ ਜੀ ਬੱਜੀ ਬਾਬਰ ਜੀਤ ਨਗਾਰਾ, ਪਹੁੰਚੇ ਆਨੰਦਪੁਰੀ ਮਝਾਰਾ। ਇਸ ਤਰ੍ਹਾਂ ਨਗਾਰੇ ਤੇ ਚੋਟ ਲਾਉਂਦੇ ਹੋਏ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਲੈ ਕੇ ਫੌਜਾਂ ਨੂੰ ਵਾਪਸ ਆਨੰਦਪੁਰ ਨੂੰ ਚੱਲ ਪਏ ਜੀ ਦੋਹਰਾ। ਮਾਰਗ ਰਾਮ ਬਜਰੂੜ ਕੋ, ਦੁੰਦਰ ਦੀ ਬਜਾਏ। ਫਤਿਹ ਪਾਏ ਪੁਰ ਮੈਂ ਪਰਸੇ, ਗਰਜੇ ਫਤਿਹ ਬੁਲਾਏ। ਇਉਂ ਬਜਰੂੜ ਦੇ ਲੋਕਾਂ ਨੂੰ ਸਜ਼ਾ ਦੇ ਕਰਕੇ ਪਾਤਸ਼ਾਹ ਜੀ ਵਾਪਸ
ਸ੍ਰੀ ਅਨੰਦਪੁਰ ਸਾਹਿਬ ਆ ਗਏ ਹਨ। ਜਹ ਕੈ ਸੋਧ ਪਸਰੀ ਭਾਜੰਗ ਦੁਰਗ ਦੀਹੀ ਡੇਢ ਤਤ ਸਿਨ ਭੰਗ। ਔਰ ਇਸ ਬਜਰੂਰ ਦੀ ਜੰਗ ਦਾ ਵੀ ਦੂਰ ਦੂਰ ਤੱਕ ਖਬਰ ਫੈਲ ਗਈ ਹੈ। ਅਰੇ ਉਹਨਾਂ ਕੋਈ ਸਿੰਘਣ ਆਗੇ ਉਬਰੇ ਦੀਨ ਭਏ ਕੈ ਭਾਗੇ। ਜਾਂ ਤਾਂ ਜਿਹੜੇ ਨਿਮਾਣੇ ਹੋ ਕੇ ਭੱਜ ਗਏ, ਜਾਂ ਤਾਂ ਉਹ ਬਚ ਗਏ ਜਿਹੜੇ ਕਾਇਰ ਹੋ ਕੇ ਭੱਜ ਗਏ, ਤੇ ਜਾਂ ਫਿਰ ਉਹ ਬਚ ਗਏ ਜਿਨ੍ਹਾਂ ਨੇ ਸ਼ਰਨ ਲੈ ਲਈ ਜੀ ਸਾਨੂੰ ਬਖਸ਼ ਦਿਓ, ਮਾਫ ਕਰ ਦਿਓ, ਉਹਨਾਂ ਨੂੰ ਛੱਡ ਦਿੱਤਾ ਹੈ। ਤੇ ਜਿਹੜੇ ਅੜ ਗਏ ਸਿੰਘਾਂ ਦੇ ਅੱਗੇ ਉਹ ਅੜ ਨਹੀਂ ਸਕੇ, ਉਹ ਝੜ ਗਏ। ਇਹ ਸੀ ਪਵਿੱਤਰ ਇਤਿਹਾਸ ਦੀਆਂ ਵਿਚਾਰਾਂ। ਅਗਲੇ ਸ਼ਬਦ ਦੀ ਵਿਚਾਰ ਆਪਾਂ ਕੱਲ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਇੱਥੇ ਰੋਕਣ ਦੀ ਆਗਿਆ ਬਖਸ਼ੋ, ਸਮਾਪਤੀ ਕਰੀਏ ਜੀ। हे अच्युत हे पार ब्रह्म अविनाशी अग, हे पूरन हे सर्व मैं, हे संगी हे निरंकार, हे निर्गुण सब, हे गोबिंद हे गुण निधान, हे अपरंपर हर हरे है पियोवन, हे संत कै सदा संग, हे ठाकुर हों दासरो मैं निर्गुण, नानक दीजै नाम दान, आए प्रभ शरणागति कृपा निध, एक अखर हर मन बसत, एक ओंकार सतगुरु ते प्रसाद सच। वाहिगुरु जी की फतेह है, वाहिगुरु जी की फतेह है, वाहिगुरु जी का खालसा वाहिगुरु जी की फतेह। बहुत बहुत धन्यवाद।